ਨਾਹੀ ਪੂਰਨ ਗੁਣ ਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ ਕਿਰਪਾਲੂ, ਚਬਰ ਛਤਰ ਤਖਤ ਦੇ ਮਾਲਕ, ਸਰਬ ਕਲਾ ਸਮਰੱਥ, ਰਾਜਾਨ ਰਾਜ ਪਾਨ ਆਨ ਪਾਨ ਸਤਿਗੁਰੂ, 10 ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਅਕਾਲ ਪੁਰਖ ਜੋਤ, ਗੁਰਤਾ ਗੱਦੀ ਤੇ ਸੁਭਾਏ ਮਾਨ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ, ਧੰਨ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਗੰਮੀ ਗੋਦ ਅੰਦਰ, ਬਾਲਾ ਪ੍ਰੀਤਮ ਚੋਜੀ ਪ੍ਰੀਤਮ ਸਤਿਗੁਰੂ, ਧੰਨ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਸ ਨਿਵਾਜੇ ਹੋਏ ਪਾਵਨ ਅਸਥਾਨ 'ਤੇ ਹਜ਼ੂਰ ਦੀਆਂ ਪਾਵਨ ਬਖਸ਼ਿਸ਼ਾਂ ਨੂੰ ਮਾਣਦਿਆਂ ਗੁਰੂ ਗੋਦ ਅੰਦਰ ਬੜੀ ਭਾਵਨਾ ਦੇ ਨਾਲ, ਬੜੀ ਸ਼ਿੱਦਤ ਸ਼ਰਧਾ ਦੇ ਨਾਲ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ ਸਾਹਿਬ ਜੀ ਨੇ ਤਰਸ ਮਿਹਰਾਮਤ ਦੇ ਘਰ ਵਿੱਚ ਆ ਕੇ ਅੰਮ੍ਰਿਤ ਵੇਲੇ ਇਹਨਾਂ ਪਾਵਨ ਅਸਥਾਨਾਂ ਤੋਂ ਜੋ ਮੁੱਖ ਵਾਕ ਸਾਹਿਬ ਬਖਸ਼ ਕੇ ਨਿਵਾਜਿਆ ਹੈ, ਸਾਹਿਬ ਜੀ ਦੀ ਇਸ ਪਾਵਨ ਅਸੀਸ ਦੇ ਪਾਤਰ ਬਣਨ ਦਾ ਯਤਨ ਕਰੀਏ। ਅਰਦਾਸ ਕਰੀਏ ਕਿ ਗਰੀਬ ਨਵਾਜ ਸ਼ਹਿਨਸ਼ਾਹ ਆਪ ਜੀ ਨੂੰ ਅਸਾਂ ਕਲਯੁਗੀ ਜੀਵਾਂ 'ਤੇ ਤਰਸ ਆਇਆ, ਤੁਸੀਂ ਇੰਨਾ ਲੰਬਾ ਸਰੀਰ ਦਾ ਪੈਂਡਾ ਤੈਅ ਕਰਵਾ ਕੇ ਸਾਨੂੰ ਆਪਣੀ ਪਾਵਨ ਇਸ ਹਜ਼ੂਰੀ ਗੋਦ ਤੱਕ ਲੈ ਕੇ ਆਏ ਹੋ। ਇਸ ਤੋਂ ਅੱਗੇ ਇੱਕ ਤਰਸ ਕਰੋ ਸਾਡੇ 'ਤੇ, ਇੱਕ ਕਰਮ ਕਰੋ, ਇੱਕ ਕਿਰਪਾ ਕਰੋ ਸਾਡੇ 'ਤੇ ਕਿ ਸਾਡਾ ਇਹ ਮਨ, ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਸ ਵੇਲੇ ਫਲਾਣੀ ਥਾਂ 'ਤੇ ਬੈਠਾ ਅਤੇ ਇਹਨੂੰ ਲੈ ਆਓ, ਕਿਉਂਕਿ ਕਈ ਵਾਰ ਕੋਈ ਬੰਦਾ ਦੂਰ ਹੋਵੇ ਅਤੇ ਆਪਾਂ ਉਹਦੇ ਪਰਥਾਏ ਐਡਰੈਸ ਪਤਾ ਦੇ ਸਕਦੇ ਹਾਂ ਵੀ ਉਹ ਫਲਾਣੀ ਥਾਂ 'ਤੇ ਬੈਠਾ ਹੈ, ਜਾਂ ਉਹਨੂੰ ਆਵਾਜ਼ ਮਾਰ ਕੇ ਲਿਆ, ਕਿਉਂਕਿ ਪਤਾ ਹੈ ਵੀ ਜਿੱਥੇ ਮੈਂ ਉਹਨੂੰ ਬਿਠਾ ਕੇ ਆਇਆ ਸੀ ਜਾਂ ਵੇਖ ਕੇ ਆਇਆ ਸੀ ਉਹ ਹੁਣ ਤੱਕ ਉੱਥੇ ਹੀ ਹੋਵੇਗਾ। ਪਰ ਸਾਹਿਬ ਜੀ ਅਸੀਂ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਡਾ ਮਨ ਫਲਾਣੀ ਥਾਂ ਦੇ ਉੱਤੇ ਡਿੱਗਾ ਅਤੇ ਤੁਸੀਂ ਕਿਰਪਾ ਕਰੋ ਉਹਨੂੰ ਪਕੜ ਕੇ ਆਪਣੀ ਹਜ਼ੂਰੀ ਸ਼ਰਨ ਲੈ ਆਓ, ਕਿਉਂਕਿ ਇਹ ਸਾਡਾ ਮਨ ਐਸਾ ਹੈ, ਜਦੋਂ ਤੱਕ ਅਸੀਂ ਤੁਹਾਨੂੰ ਦੱਸਣਾ ਹੈ ਵੀ ਫਲਾਣੀ ਥਾਂ 'ਤੇ ਬੈਠਾ, ਉਦੋਂ ਤੱਕ ਇਹਨੇ ਉੱਥੋਂ ਅਗਾਂਹ ਉਡਾਰੀ ਮਾਰ ਜਾਣੀ ਹੈ। ਇਸ ਕਰਕੇ ਆਪ ਜੀ ਤਰਸ ਮਿਹਰਾਮਤ ਦੇ ਘਰ ਵਿੱਚ ਆਓ। ਆਪ ਜੀ ਸਮੁੱਚੀ ਕਾਇਨਾਤ ਦੇ ਜ਼ਰਰੇ ਨੂੰ ਜਾਣਦੇ ਹੋ, ਸਾਨੂੰ ਵੀ ਨਹੀਂ ਪਤਾ ਹੋਵੇਗਾ ਇਹ ਕਿੱਥੇ ਬੈਠਾ ਹੈ, ਪਰ ਤੁਹਾਨੂੰ ਜ਼ਰੂਰ ਦਿਸਦਾ ਹੋਏਗਾ। ਇਸ ਕਰਕੇ ਆਪ ਤਰਸ ਦੇ ਘਰ ਵਿੱਚ ਆ ਕੇ ਸਾਡੇ ਇਸ ਮਨ ਨੂੰ ਆਪਣੀ ਹਜ਼ੂਰੀ ਵਿੱਚ ਲਿਆਓ, ਤਰਸ ਕਰੋ, ਸਾਨੂੰ ਜੀਵਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ੋ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਜਿਤਨੇ ਵੀ ਸਰੀਰ ਭਾਵਨਾ ਨਾਲ ਜੁੜ ਬੈਠੇ ਹਾਂ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਪੰਜਵਾ। ਦਰਸ਼ਨ ਦੇਖ ਜੀਵਾ ਗੁਰ ਤੇਰਾ। ਧੰਨ ਗਰੀਬ ਨਵਾਜ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਬਾਰਕ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 742 ਅੰਗ 'ਤੇ ਪ੍ਰਾਰੰਭਤਾ ਦੀਆਂ ਮੁਬਾਰਕ ਪੰਕਤੀਆਂ ਅੰਦਰ ਸੁਭਾਏਮਾਨ ਹਨ। ਇਸ ਪਾਵਨ ਸ਼ਬਦ ਦੇ ਅੰਦਰ ਹਜ਼ੂਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਰਹਾਉ ਦੀਆਂ ਪਾਵਨ ਪੰਕਤੀਆਂ 'ਚ ਜੋ ਕਿਰਪਾ ਕਰਨਗੇ ਅਤੇ ਬਾਕੀ ਵੀ ਸਾਰੇ ਪਦਿਆਂ ਦੇ ਅੰਦਰ ਮਹਾਰਾਜ ਜੋ ਅਸੀਸਾਂ ਦੇਣਗੇ, ਸਾਰੇ ਦਾ ਸਾਰਾ ਸ਼ਬਦ ਜਿਹੜਾ ਉਹ ਦਰਸ਼ਨ ਦੇ ਉੱਤੇ ਟਿਕਿਆ ਕਿ ਇਹ ਮੇਰੇ ਸਤਿਗੁਰੂ, ਇੱਕ ਤੇਰੇ ਚਰਨਾਂ ਵਿੱਚ ਸਾਡੀ ਬੇਨਤੀ ਹੈ। ਅਤੇ ਉਹ ਬੇਨਤੀ ਕੀ ਹੈ ਕਿ ਅਸੀਂ ਤੇਰੇ ਘਰ ਦਰ ਤੋਂ ਇੱਕ ਤਾਂ ਦਰਸ਼ਨਾਂ ਦੀ ਆਸ ਰੱਖਦੇ ਹਾਂ, ਦੂਸਰਾ ਸਾਡੇ 'ਤੇ ਤਰਸ ਕਰੀ, ਦਰਸ਼ਨਾਂ ਤੋਂ ਬਾਅਦ ਸਾਨੂੰ ਨਾਮ ਦੀ ਦਾਤ ਜਿਹੜੀ ਉਹ ਦਵੀਂ, ਕਿਉਂਕਿ ਦਰਸ਼ਨ 'ਤੇ ਲੱਖਾਂ ਲੋਕ ਜਿਹੜੇ ਨੇ, ਅਸੀਂ ਇਹ ਵੀ ਕਹਿ ਸਕਦੇ ਹਾਂ ਦੁਨੀਆ ਦੇ ਜਿੱਥੇ ਜਿੱਥੇ ਵੀ ਧੰਨ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਲੱਖਾਂ ਅਰਬਾਂ ਦੀ ਗਿਣਤੀ ਵਿੱਚ ਵੀ ਸੰਗਤਾਂ ਸਾਰਾ ਦਿਨ ਅਤੇ ਰਾਤ ਮਹਾਰਾਜ ਦੇ ਦੀਦਾਰ ਕਰਦੀਆਂ ਨੇ। ਪਰ ਇਹ ਵੀ ਇੱਕ ਸੱਚ ਹੈ ਕਿ ਸਾਰੇ ਜਿਹੜੇ ਨੇ ਉਹ ਸ਼ਾਇਦ ਮਹਾਰਾਜ ਦੇ ਘਰ ਦਰ ਤੋਂ ਨਾਮ ਦੀ ਦਾਤ ਜਿਹੜੀ ਸੋ ਨਾ ਮੰਗਦੇ ਹੋਣ। ਤਾਂ ਹਜ਼ੂਰ ਦੇ ਅੱਗੇ ਅੱਜ ਇਹ ਤਰਲਾ ਹੈ, ਕੁਛ ਭਾਵ-ਅਰਥ ਥੋੜ੍ਹਾ ਜਿਹਾ ਸਮਝ ਲਈਏ ਕਿ ਸਾਨੂੰ ਨਾਮ ਚਾਹੀਦਾ, ਅਤੇ ਜੇ ਗੁਰੂ ਤੁੱਠ ਕੇ ਕਿਤੇ ਦਿਆਲ ਹੋ ਕੇ ਪੁੱਛ ਲਵੇ ਵੀ ਤੁਹਾਨੂੰ ਨਾਮ ਕਿਉਂ ਚਾਹੀਦਾ, ਤਾਂ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਕਿਉਂਕਿ ਦੇਖੋ ਕੋਈ ਵੀ ਚੀਜ਼ ਆਪਾਂ, ਹੁਣ ਬੱਚਾ ਹੈ
ਉਹ ਮਾਂ ਪਿਓ ਤੋਂ ਚੀਜ਼ ਮੰਗੇ ਵੀ ਮੈਨੂੰ ਆਹ ਚੀਜ਼ ਚਾਹੀਦੀ, ਤੇ ਆਪਾਂ ਸੰਸਾਰੀ ਬੈਠੇ ਆਪਾਂ ਉਸੇ ਵੇਲੇ ਸਵਾਲ ਕਰਦੇ ਆ ਕਿਉਂ ਚਾਹੀਦੀ ਹੈ, ਤੇ ਉਹ ਫਿਰ ਅੱਗੋਂ ਦੱਸਦਾ ਹੈ ਵੀ ਮੈਨੂੰ ਇਹ ਚੀਜ਼ ਇਸ ਕਰਕੇ ਚਾਹੀਦੀ ਹੈ। ਬੱਚਾ ਕਹਿ ਰਿਹਾ ਮੈਂ ਆਹ ਚੀਜ਼ ਖਾਣੀ ਹੈ, ਕਿਉਂ ਖਾਣੀ, ਮੇਰਾ ਜੀਅ ਕਰਦਾ, ਮੈਨੂੰ ਭੁੱਖ ਲੱਗੀ, ਮੈਂ ਆਹ ਖਿਡੌਣਾ ਲੈਣਾ, ਕਿਉਂ ਲੈਣਾ, ਮੈਨੂੰ ਚੰਗਾ ਲੱਗਾ ਹੈ, ਮੈਂ ਇਹਦੇ ਨਾਲ ਖੇਡਣਾ ਚਾਹੁੰਦਾ ਹਾਂ, ਜਾਂ ਮੈਂ ਦੂਜੇ ਕੋਲ ਵੇਖਿਆ ਹੈ ਫਲਾਣਾ ਬੱਚਾ ਇਸ ਖਿਡੌਣੇ ਨਾਲ ਖੇਡਦਾ ਸੀ। ਜਦੋਂ ਵੀ ਕੋਈ ਚੀਜ਼ ਅਸੀਂ ਕਿਸੇ ਤੋਂ ਮੰਗਦੇ ਹਾਂ ਜਾਂ ਫਿਰ ਕੋਈ ਸਾਡੇ ਤੋਂ ਮੰਗਦਾ ਹੈ ਤੇ ਸਵਾਲ ਖੜਾ ਹੁੰਦਾ ਵੀ ਕਿਉਂ ਚਾਹੀਦੀ ਹੈ। ਤਾਂ ਜੇ ਕਿਤੇ ਗੁਰੂ ਉੱਠ ਕੇ ਸਾਨੂੰ ਪੁੱਛ ਵੀ ਲਵੇ ਵੀ ਤੁਹਾਨੂੰ ਦਰਸ਼ਨ ਕਿਉਂ ਚਾਹੀਦੇ ਨੇ, ਤਾਂ ਹਜ਼ੂਰ ਪਹਿਲੀ ਪੰਕਤੀ 'ਚ ਜਵਾਬ ਦੇਣਗੇ। ਦੂਜਾ, ਜੇ ਗੁਰੂ ਉੱਠ ਕੇ ਪੁੱਛ ਲਵੇ ਤੁਹਾਨੂੰ ਨਾਮ ਕਿਉਂ ਚਾਹੀਦਾ, ਤਾਂ ਮਾਫ਼ ਕਰਿਓ ਸਾਨੂੰ ਇੰਨਾ ਕੁ ਤੇ ਪਤਾ ਹੋਣਾ ਚਾਹੀਦਾ ਵੀ ਨਾਮ ਕਿਉਂ ਚਾਹੀਦਾ ਜ਼ਿੰਦਗੀ ਵਿੱਚ। ਸਾਡੀ ਜਿਹੜੀ ਸੋਚ ਹੈ ਉਹ ਸ਼ਾਇਦ ਇੱਥੋਂ ਤੱਕ ਸੀਮਤ ਹੈ ਵੀ ਅਸੀਂ ਨਾਮ ਜਪਾਂਗੇ ਸਾਨੂੰ ਸੁੱਖ ਮਿਲੇਗਾ, ਇਹ ਇੱਕ ਸੱਚਾਈ ਹੈ। ਫਿਰ ਸਾਡੀ ਸੋਚ ਇੱਥੋਂ ਕੁ ਤੱਕ ਹੈ ਅਸੀਂ ਨਾਮ ਜਪਾਂਗੇ ਸਾਡੇ ਘਰ ਵਿੱਚ ਖੁਸ਼ੀ ਆਵੇਗੀ, ਨਾਮ ਜਪਾਂਗੇ ਸਾਨੂੰ ਸੰਸਾਰ ਉੱਤੇ ਮਾਣ ਸਨਮਾਨ ਮਿਲੇਗਾ। ਇਹ ਸਾਰਾ ਕੁਛ ਨਾਮ ਦੇ ਵਿੱਚ ਐਡ ਹੈ, ਜਿਹਨੂੰ ਅਸੀਂ ਬਾਣੀ ਅੰਦਰ ਬਚਨ ਪੜ੍ਹਦੇ ਹਾਂ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਸਾਰਾ ਕੁਛ ਹੈ ਨਾਮ ਅੰਦਰ। ਪਰ ਮਾਫ਼ ਕਰਿਓ ਅਸੀਂ ਸਿਰਫ ਨਾਮ ਨੂੰ ਇੱਥੋਂ ਕੁ ਤੱਕ ਸੀਮਿਤ ਰੱਖ ਲਿਆ ਵੀ ਨਾਮ ਜਪਣ ਨਾਲ ਸੁੱਖ ਮਿਲ ਜਾਂਦੇ ਨੇ, ਘਰ ਬਾਰ ਮਿਲ ਜਾਂਦਾ ਹੈ, ਬਾਹਰ ਅੰਦਰ ਚਲੇ ਜਾਈਦਾ ਹੈ, ਸੰਸਾਰ 'ਤੇ ਨਾਮ ਵਡਿਆਈਆਂ ਮਿਲ ਜਾਂਦੀਆਂ ਨੇ, ਜਾਂ ਹੋਰ ਨਿੱਕੇ ਮੋਟੇ ਕੰਮ ਜਿਹੜੇ ਨੇ ਹੋ ਜਾਂਦੇ ਨੇ। ਪਰ ਜੇ ਅਸੀਂ ਕਦੀ ਨਾਮ ਦੀ ਸਹੀ ਕੀਮਤ ਨੂੰ ਸਮਝੀਏ ਤਾਂ ਨਾਮ ਇਸ ਤਰ੍ਹਾਂ ਹੈ, ਜੇ ਸਾਨੂੰ ਪ੍ਰਾਪਤ ਹੋ ਜਾਵੇ ਤਾਂ ਜਨਮਾਂ ਜਨਮਾਂਤਰਾਂ ਦਾ ਵਿਛੋੜਾ ਜਿਹੜਾ ਹੈ ਉਹ ਨਾਮ ਦੇ ਦੁਆਰਾ ਖਤਮ ਹੋ ਜਾਂਦਾ ਹੈ। ਇਸ ਲਈ ਹਜ਼ੂਰ ਦੀ ਬਾਣੀ 'ਚ ਇੱਕ ਬਚਨ ਆਉਂਦਾ ਹੈ, ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵਹਿ ਮਨ ਕੇ ਕਾਮ। ਹੁਣ ਇੱਕ ਹੈ ਸਾਡੇ ਮਨ ਦੇ ਕੰਮ ਜਿਹੜੇ ਅਸੀਂ ਛੋਟੇ ਮੋਟੇ ਸੰਸਾਰ 'ਤੇ ਜੁੜਦੇ ਹਾਂ, ਮੇਰੇ ਆਹ ਕੰਮ ਨੇ, ਮੇਰੇ ਉਹ ਕੰਮ ਨੇ, ਪਰ ਮੈਂ ਤਕਰੀਬਨ ਹਰ ਦਫਾ ਹੀ ਬੇਨਤੀ ਕਰਦਾ ਕਿ ਸਾਡੇ ਮਨ ਦਾ ਇੱਕ ਹੋਰ ਬਹੁਤ ਵੱਡਾ ਕੰਮ ਹੈ। ਪਹਿਲਾ ਹੈ ਇਸ ਮਨ ਨੇ ਟਿਕਣਾ ਹੈ, ਮਨ ਟਿਕਣਾ ਚਾਹੁੰਦਾ ਹੈ, ਪਰ ਕਿਤੇ ਨਾ ਕਿਤੇ ਬੈਠਿਆਂ ਇੰਜ ਵੀ ਲੱਗਦਾ ਹੈ ਵੀ ਜਾਂ ਤਾਂ ਅਸੀਂ ਨਹੀਂ ਇਹਨੂੰ ਟਿਕਣ ਦਿੰਦੇ, ਅਤੇ ਜੇ ਅਸੀਂ ਟਿਕਦੇ ਹਾਂ ਤਾਂ ਇਹ ਨਹੀਂ ਟਿਕਣ ਵਾਸਤੇ ਤਿਆਰ ਹੈਗੇ ਅਸੀਂ ਦੋਵੇਂ ਹੀ ਸ਼ਰਾਰਤੀ ਹਾਂ। ਅਤੇ ਦੋਵੇਂ ਸ਼ਰਾਰਤੀ ਹੋਣ, ਜੇ ਇੱਕ ਟਿਕ ਕੇ ਬਹਿ ਜੇ ਦੂਜਾ ਚੁੰਡੀ ਵੱਢ ਦਿੰਦਾ, ਜੇ ਉਹ ਟਿਕ ਕੇ ਬਹਿ ਜੇ ਤੇ ਉਹ ਚੁੰਡੀ ਵੱਢ ਦਿੰਦਾ। ਦੋਵਾਂ 'ਚੋਂ ਇੱਕ ਵੀ ਟਿਕਿਆ ਹੋਵੇ ਨਾ, ਇੱਕ ਵੀ ਸਿਆਣਾ ਹੋਵੇ ਤੇ ਉਹ ਦੂਜੇ ਨੂੰ ਬਾਂਹ ਫੜ ਕੇ ਬਿਠਾ ਲਵੇਗਾ। ਜਿਵੇਂ ਉਦਾਹਰਨ ਦੇ ਤੌਰ 'ਤੇ ਇੱਕ ਸਿਆਣਾ ਬੰਦਾ ਹੋਵੇ, ਇੱਕ ਬੱਚਾ ਹੋਵੇ ਬੜਾ ਸ਼ਰਾਰਤੀ, ਹੁਣ ਦੋਵੇਂ ਇਕੱਠੇ ਬੈਠੇ ਨੇ, ਜੇ ਨਿਆਣਾ ਸ਼ਰਾਰਤ ਕਰੇਗਾ, ਬੱਚਾ ਕੁਛ ਕਰੇਗਾ, ਤੇ ਵੱਡੇ ਸਿਆਣੇ ਨੇ ਥੋੜ੍ਹਾ ਜਿਹਾ ਉਹਨੂੰ ਘੂਰਨਾ, ਉਹਦੀ ਬਾਂਹ ਫੜਨੀ ਤੇ ਉਹਨੂੰ ਕਹਿਣਾ ਟਿਕ ਕੇ ਬਹਿ ਜਾ ਇੱਥੇ, ਤੇ ਨਿਆਣਾ ਐ ਸਹਿਮ ਜਾਂਦਾ। ਫਿਰ ਕਈ ਵਾਰ ਉਹ 10-15 ਮਿੰਟ ਜੇ ਕੋਲ ਬੈਠਾ ਹੋਵੇ ਸਾਹ ਨਹੀਂ ਕੱਢਦਾ। ਤੇ ਜੇ ਦੋਵੇਂ ਬਰਾਬਰ ਦੇ ਨਿਆਣੇ ਹੋਣ ਤੇ ਦੋਵੇਂ ਹੀ ਸ਼ਰਾਰਤੀ ਹੋਣ, ਤੇ ਮੈਂ ਕਹਿੰਦਾ ਸਾਰਾ ਦਿਨ ਦੋਵਾਂ ਨੂੰ ਇਕੱਠੇ ਬਿਠਾ ਛੱਡੋ, ਮਜਾਲ ਹੈ ਕਿਤੇ ਟਿਕ ਜਾਣਗੇ। ਜੇ ਇੱਕ ਟਿਕੇਗਾ ਦੂਜੇ ਨੇ ਉਹਨੂੰ ਫਿਰ ਛੇੜ ਦੇਣਾ, ਉਹ ਟਿਕੇਗਾ ਉਹਨੇ ਛੇੜ ਦੇਣਾ। ਹਾਲਤ ਸਾਡੇ ਇਹ ਨੇ, ਅਸੀਂ ਦੋਵੇਂ ਜਿਹੜੇ ਆ, ਦੋਵਾਂ 'ਚੋਂ ਇੱਕ ਵੀ ਸਿਆਣਾ ਨਹੀਂ ਹੈਗਾ। ਨਾ ਤਾਂ ਅਸੀਂ ਸਰੀਰ ਵਾਲੇ ਬਹੁਤੇ ਸਿਆਣੇ ਆ ਵੀ ਅਸੀਂ ਬੁੱਧੀ ਕਰਕੇ ਦਿਮਾਗ ਕਰਕੇ ਕੁਝ ਸਿਆਣੇ ਹੋਈਏ, ਗੁਣਾ ਕਰਕੇ ਕੁਝ ਭਰਪੂਰ ਹੋਈਏ ਕਿ ਅਸੀਂ ਇਸ ਮਨ ਨੂੰ ਟਿਕਾ ਸਕੀਏ ਵੀ ਬਹਿ ਜਾ, ਸ਼ਰਾਰਤ ਨਹੀਂ ਕਰਨੀ। ਜਿਸ ਲਾਲਚ ਵਾਸਤੇ ਤੂੰ ਦੌੜਦਾ ਮੈਨੂੰ ਕੋਈ ਲੋੜ ਨਹੀਂ ਹੈਗੀ। ਬੱਚਾ ਕਹਿ ਰਿਹਾ ਮੈਂ ਆਹ ਚੀਜ਼ ਬਾਹਰੋਂ ਲੈਣ ਚੱਲਾਂ, ਤੇ ਮਾਂ ਪਿਓ ਕਹਿੰਦਾ ਹੁੰਦਾ ਨਹੀਂ ਬਹਿ ਜਾ ਟਿਕ ਕੇ, ਕੋਈ ਲੋੜ ਨਹੀਂ ਹੈਗੀ, ਕੋਈ ਚੀਜ਼ ਨਹੀਂ ਚਾਹੀਦੀ, ਬਹਿ ਜਾ ਇੱਥੇ ਪੜ੍ਹ ਬਹਿ ਕੇ। ਸੋ ਥੋੜ੍ਹਾ ਜਿਹੀਆਂ ਪਰਿਵਾਰਕ ਉਦਾਹਰਨਾਂ ਨੇ ਜਿਨ੍ਹਾਂ ਨਾਲ ਗੱਲ ਸਮਝ ਆ ਜਾਂਦੀ ਹੈ। ਜਦੋਂ ਮਨ ਕਵੇ ਮੈਂ ਆਹ ਲਾਲਚ ਕਰਨਾ ਹੈ, ਤੇ ਜੇ ਅਸੀਂ ਸਿਆਣੇ ਹੋਵਾਂਗੇ ਤੇ ਅਸੀਂ ਕਵਾਂਗੇ ਨਹੀਂ ਬਹਿ ਜਾ ਟਿਕ ਕੇ, ਮੇਰਾ ਸਰਦਾ, ਮੈਨੂੰ ਜੋ ਰੱਬ ਨੇ ਪਰਮਾਤਮਾ ਨੇ ਦਿੱਤਾ ਮੈਂ ਉਹਦੇ ਵਿੱਚ ਖੁਸ਼ ਹਾਂ, ਤੈਨੂੰ ਕੋਈ ਲੋੜ ਨਹੀਂ ਬਾਹਰ ਜਾਣ ਦੀ, ਇਹ ਟਿਕ ਸਕਦਾ ਹੈ। ਜਾਂ ਫਿਰ ਮਨ ਬੜਾ ਸਬਰ ਸੰਤੋਖ ਵਾਲਾ ਹੋਵੇ ਕਿ ਜੇ ਸਰੀਰ ਜਿਹੜਾ ਹੈ ਉਹ ਕਿਤੇ ਹੱਠ ਕਰਨਾ ਵੀ ਚਾਹੁੰਦਾ ਹੋਵੇ ਵੀ ਮੈਂ ਇੱਧਰ ਵੀ ਭੱਜ ਲਾਂ, ਮੈਂ ਇੱਧਰ ਵੀ ਭੱਜ ਲਾਂ, ਤੇ ਮਨ ਕਹਿ ਸਕਦਾ ਕਿ ਨਹੀਂ ਮੈਂ ਸਬਰ ਸੰਤੋਖ ਦੇ ਵਿੱਚ ਹਾਂ, ਮੇਰੇ ਅੰਦਰ ਕੋਈ ਫੁਰਨੇ ਨਹੀਂ ਹਨ, ਮੇਰੀ ਕੋਈ ਤ੍ਰਿਸ਼ਨਾ ਨਹੀਂ ਹੈ, ਮੇਰੇ ਅੰਦਰ ਕੋਈ ਵਾਸ਼ਨਾ ਨਹੀਂ ਹੈ, ਜੋ ਮੈਨੂੰ ਮਿਲ ਰਿਹਾ ਮੈਂ ਇਹਦੇ ਵਿੱਚ ਬੜਾ ਆਨੰਦਮਈ ਹਾਂ। ਫਿਰ ਹੋ ਸਕਦਾ ਸਾਡੀ ਸਰੀਰਕ ਜਿਹੜੀ ਵਾਸ਼ਨਾ ਗ੍ਰਸੀ ਹੋਈ ਭੱਜ ਦੌੜ ਹੈ ਇਹ ਖਤਮ ਹੋ ਸਕਦੀ ਹੈ। ਦੋਵਾਂ 'ਚੋਂ ਇੱਕ ਤੇ ਸਿਆਣਾ ਹੋਣਾ ਚਾਹੀਦਾ ਨਾ, ਪਰ ਜੇ ਦੋਵੇਂ ਕਮਲੇ ਇਕੱਠੇ ਹੋ ਗਏ ਆ ਤੇ ਫਿਰ ਮਾਫ਼ ਕਰਿਓ ਕੌਣ ਕਿਹਨੂੰ ਟਿਕਾਏਗਾ। ਤਾਂ ਹਜ਼ੂਰ ਕਹਿੰਦੇ ਨੇ ਤੂੰ ਨਾਮ ਜਪ। ਥਰਡ ਪਰਸਨ ਵਿੱਚ ਜਦੋਂ ਆਉਂਦਾ ਹੈ ਨਾ, ਦੋ ਬੱਚੇ ਲੜਦੇ ਨੇ, ਸ਼ਰਾਰਤਾਂ ਕਰਦੇ, ਤੀਜਾ ਬੰਦਾ ਆਇਆ ਉਹਨੇ ਦੋਵਾਂ ਨੂੰ ਚੁੱਪ ਕਰਾ ਦਿੱਤਾ। ਹੁਣ ਤੀਸਰਾ ਕੌਣ ਹੈ? ਉਹਨੂੰ ਭਾਵੇਂ ਅਸੀਂ ਕਹਿ ਲਈਏ ਵੀ ਗੁਰੂ, ਜਾਂ ਗੁਰੂ ਸ਼ਬਦ ਰੂਪ ਅੰਦਰ, ਜਾਂ ਗੁਰੂ ਦਾ ਨਾਮ। ਇਹਨੂੰ ਅਸੀਂ ਥੋੜ੍ਹੀ ਜਿਹੀ ਉਦਾਹਰਨ ਤਹਿਤ ਇੱਕ ਥਰਡ ਪਰਸਨ ਸਮਝਾਂਗੇ ਕਿ ਜਦੋਂ ਨਾਮ ਜ਼ਿੰਦਗੀ 'ਚ ਆਉਂਦਾ ਹੈ
ਉਹ ਫਿਰ ਸਾਡੇ ਮਨ ਨੂੰ ਵੀ ਟਿਕਾਉਂਦਾ ਹੈ, ਸਾਡੇ ਸਰੀਰ ਦੀਆਂ ਵਾਸ਼ਨਾਵਾਂ ਨੂੰ, ਸਾਡੇ ਇੰਦਰੀਆਂ ਨੂੰ ਵੀ ਜਿਹੜਾ ਹੈ ਸੋ ਟਿਕਾ ਦਿੰਦਾ। ਇਸ ਕਰਕੇ ਜਦੋਂ ਇੱਥੇ ਟਿਕਾ ਬਣੇਗਾ ਫਿਰ ਸਹਿਜੇ ਸਹਿਜੇ ਉਸ ਅਵਸਥਾ ਨੂੰ ਮਾਣਦਿਆਂ ਅੰਦਰ ਤਾਂ ਟਿਕਾ ਬਣ ਹੀ ਗਿਆ। ਜਦੋਂ ਮਨ ਹੀ ਟਿਕ ਗਿਆ ਫਿਰ ਅੱਗੇ ਚੱਲ ਕੇ ਸਹਿਜੇ ਸਹਿਜੇ ਸਾਨੂੰ ਆਪ ਮੁਹਾਰੇ ਉਹ ਪ੍ਰਾਪਤੀ ਹੋਏਗੀ, ਜਿਹਨੂੰ ਸਾਹਿਬ ਬਾਣੀ ਅੰਦਰ ਵਚਨ ਕਹਿੰਦੇ, ਜਾਂ ਕਉ ਆਏ ਸੋਈ ਬਿਹਾਜਹੁ ਹਰ ਗੁਰ ਤੇ ਮਨ ਹੈ ਬਸੇਰਾ। ਜਿਸ ਕੰਮ ਲਈ ਆਇਆ, ਜਿਸ ਨਾਮ ਨੂੰ ਇਕੱਤਰਿਤ ਕਰਨ ਲਈ ਆਇਆ ਉਹ ਕਰ, ਪਰ ਤੂੰ ਅੱਗੇ ਨਾ ਸੋਚੀ ਵੀ ਜੇ ਇਕੱਠਾ ਕਰੇਗਾ ਤੇ ਤੈਨੂੰ ਕੀ ਮਿਲੇਗਾ ਕੀ ਨਹੀਂ ਮਿਲੇਗਾ। ਸਾਹਿਬ ਕਹਿੰਦੇ ਇਹ ਤੇ ਆਪ ਮੁਹਾਰੇ ਪਰਮੇਸ਼ਰ ਦਾ ਸਿਧਾਂਤ ਹੈ ਕਿ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ ਬਹੁਰ ਨਾ ਹੋਏਗੋ ਫੇਰਾ। ਕਿ ਜਦੋਂ ਉਹਨੇ ਤੈਨੂੰ ਨਾਮ ਦੇ ਦਿੱਤਾ ਉਸ ਤੋਂ ਬਾਅਦ ਤੈਨੂੰ ਸਵੈ ਸਰੂਪੀ ਘਰ ਦੇ ਅੰਦਰ, ਤੇ ਜਦੋਂ ਤੂੰ ਇਸ ਸੰਸਾਰ ਨੂੰ ਛੱਡ ਕੇ ਤੁਰੇਂਗਾ ਪਰਮੇਸ਼ਰ ਦੇ ਘਰ ਦੇ ਅੰਦਰ ਤੈਨੂੰ ਸੁੱਖ ਦੇ ਸਹਿਤ ਵਿਸ਼ਰਾਮ ਟਿਕਾਓ ਜਿਹੜਾ ਹੈ ਸੋ ਮਿਲੇਗਾ। ਭਾਵ ਇਹ ਹੈ, ਥੋੜ੍ਹਾ ਜਿਹਾ ਇਹਨੂੰ ਸਮਝ ਲਈਏ, ਅਸੀਂ ਜਦੋਂ ਬੰਦਗੀ ਕਰਦੇ ਹਾਂ, ਆਪਾਂ ਜਿੰਨੇ ਵੀ ਹਾਂ ਤਕਰੀਬਨ, ਸਾਡੇ ਅੰਦਰ ਇੱਕ ਮਨਸ਼ਾ ਹੁੰਦੀ ਹੈ, ਜੇ ਮੈਂ ਨਾਮ ਜਪਾਂਗਾ ਮੈਨੂੰ ਕੀ ਪ੍ਰਾਪਤ ਹੋਏਗਾ। ਇਹ ਜਿਹੜਾ ਕੀ ਪ੍ਰਾਪਤ ਹੋਏਗਾ ਨਾ, ਇਹ ਸ਼ਾਇਦ ਸਾਨੂੰ ਸਵਾਰਥੀ ਬਣਾਉਂਦਾ ਹੈ। ਮੈਂ ਫਿਰ ਕਹਾਂ ਇਹ ਨਹੀਂ ਕਿ ਸਿੱਖ ਨੇ ਗੁਰੂ ਤੋਂ ਮੰਗਣਾ ਨਹੀਂ ਹੈ, ਮੰਗਣਾ ਹੈ। ਸਿੱਖ ਗੁਰੂ ਤੋਂ ਨਹੀਂ ਮੰਗੇਗਾ ਤੇ ਜਾਏਗਾ ਕਿਹਦੇ ਕੋਲ ਦੱਸੋ। ਦੂਜਾ, ਜੇ ਗੁਰੂ ਨਹੀਂ ਸਿੱਖ ਨੂੰ ਦੇਵੇਗਾ ਤੇ ਗੁਰੂ ਨੇ ਹੋਰ ਦੇਣਾ ਕਿਹਨੂੰ ਹੈ। ਇਹ ਗੱਲ ਇਹ ਹੈ ਕਿ ਜੇ ਅਸੀਂ ਸਵਾਰਥੀ ਬਣ ਕੇ ਕਰ ਰਹੇ ਹਾਂ ਕਿ ਮੈਨੂੰ ਆਹ ਕਰਨ ਤੋਂ ਬਾਅਦ ਕੀ ਪ੍ਰਾਪਤ ਹੋਏਗਾ, ਸਾਨੂੰ ਸਭ ਤੋਂ ਵੱਡੀ ਪ੍ਰਾਪਤੀ ਇਹ ਹੁੰਦੀ ਹੈ ਜਿਹੜਾ ਕਰਮ ਅਸੀਂ ਕਰ ਰਹੇ ਹਾਂ। ਫੋਰ ਐਗਜ਼ਾਮਪਲ ਮੈਂ ਕਹਾਂ, ਆਪਾਂ ਸਤ ਸੰਗਤ ਵਿੱਚ ਆ ਗਏ, ਬਹਿ ਗਏ, ਇਹ ਸਭ ਤੋਂ ਵੱਡੀ ਇਸ ਵੇਲੇ ਸਾਨੂੰ ਪ੍ਰਾਪਤੀ ਹੈ। ਅੱਗੇ ਸੰਗਤ ਵਿੱਚ ਬੈਠਣ ਦਾ ਫਲ ਮਹਾਰਾਜ ਨੇ ਕੀ ਦੇਣਾ ਉਹ ਤੇ ਗੁਰੂ ਜਾਣੇ, ਪਰ ਪ੍ਰੈਜ਼ੈਂਟ ਦੇ ਵਿੱਚ ਤੇ ਸਾਨੂੰ ਇਹ ਸਭ ਤੋਂ ਵੱਡੀ ਬਖਸ਼ਿਸ਼ ਮਿਲੀ ਨਾ ਕਿ ਅਸੀਂ ਸੰਗਤ ਵਿੱਚ ਬਹਿ ਗਏ ਹਾਂ। ਇਸ ਤੋਂ ਅੱਗੇ ਅਸੀਂ ਕੀ ਚਾਹੁੰਦੇ ਆ? ਅਸੀਂ ਵਾਹਿਗੁਰੂ ਕਹਿ ਲਿਆ ਆਪਣੀ ਰਸਨਾ ਦੇ ਨਾਲ। ਪ੍ਰੈਜ਼ੈਂਟ ਵਿੱਚ ਇਹ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਹੈ, ਸਭ ਤੋਂ ਵੱਡੀ ਉਹਦੀ ਕਿਰਪਾ ਹੈ। ਇਸ ਤੋਂ ਬਾਅਦ ਅੱਗੇ ਚੱਲ ਕੇ ਉਹਨੇ ਕੀ ਬਖਸ਼ਿਸ਼ ਦੇਣੀ ਕੀ ਨਹੀਂ ਦੇਣੀ ਇਹ ਗੁਰੂ ਜਾਣੇ। ਸਾਡੀ ਹਾਲਤ ਅੱਜ ਇਹ ਹੈ, ਜਿਹੜਾ ਕਰਮ ਗੁਰੂ ਨੇ ਕਰਨਾ ਹੈ ਉਹਦੀ ਜ਼ਿੰਮੇਵਾਰੀ ਅਸੀਂ ਚੁੱਕ ਕੇ ਬੈਠੇ ਹੋਏ ਹਾਂ, ਤੇ ਜਿਹੜਾ ਅਸੀਂ ਕਰਨਾ ਹੈ ਉਹ ਅਸੀਂ ਕਰਦੇ ਨਹੀਂ ਪਏ। ਕਹਿਣ ਦਾ ਭਾਵ ਇਹ ਹੈ, ਕਰਮ ਕਰਨ ਤੋਂ ਬਾਅਦ ਅਸੀਂ ਸਤ ਸੰਗਤ ਕੀਤੀ, ਨਿਤਨੇਮ ਕੀਤਾ, ਬਾਣੀ ਪੜ੍ਹੀ, ਯਾਤਰਾ ਕੀਤੀ ਐਡੀ ਦੂਰ ਦੀ, ਇਸ ਤੋਂ ਅੱਗੇ ਗੁਰੂ ਦਾ ਕਰਮ ਹੈ ਵੀ ਉਹਨੇ ਸਾਨੂੰ ਕੀ ਫਲ ਦੇਣਾ ਹੈ। ਪਰ ਅਸੀਂ ਉਸ ਕਰਮ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਬੈਠੇ ਹੋ ਵੀ ਰੱਬ ਮੈਨੂੰ ਆਹ ਦੇਵੇ, ਰੱਬ ਨੂੰ ਮੈਨੂੰ ਆਹ ਦੇਣਾ ਚਾਹੀਦਾ। ਪਰ ਅਸੀਂ ਜੋ ਕਰਨਾ ਸੀ, ਅਸੀਂ ਕੇਵਲ ਆਪਣਾ ਫੋਕਸ ਜਿਹੜਾ ਉਹਦੇ ਉੱਤੇ ਕਰੀਏ, ਆਪਣਾ ਧਿਆਨ। ਜਿਵੇਂ ਇੰਜ ਹੈ, ਬੱਚੇ ਨੇ ਐਗਜ਼ਾਮ ਦਿੱਤਾ, ਉਹਨੇ ਇਮਤਿਹਾਨ ਦਿੱਤਾ, ਉਸ ਤੋਂ ਅੱਗੇ ਉਹਨੇ ਤਾਂ ਜਿੰਨਾ ਉਹਦੇ 'ਚ ਦਮ ਸੀ, ਜਿੰਨਾ ਕੁਛ ਯਾਦ ਸੀ, ਉਹਨੇ ਮਿਹਨਤ ਕਰਕੇ ਲਿਖ ਦਿੱਤਾ। ਹੁਣ ਅੱਗੇ ਅਗਲਾ ਕਰਮ ਜਿਹੜਾ ਹੈ ਉਹ ਅਧਿਆਪਕ ਦਾ ਹੈ ਵੀ ਉਹਨੂੰ ਕਿੰਨੇ ਨੰਬਰ ਦੇਣੇ ਨੇ, ਕਿੰਨੇ % ਦੇਣੇ ਨੇ। ਪਰ ਜਿਹੜਾ ਅਧਿਆਪਕ ਦਾ ਕੰਮ ਹੈ ਉਹ ਬੱਚਾ ਆਪਣੇ ਦਿਮਾਗ 'ਤੇ ਲੋਡ ਪਾ ਕੇ ਬੈਠਾ ਹੋਵੇ ਵੀ ਉਹਨੂੰ ਇੰਜ ਕਰਨਾ ਚਾਹੀਦਾ, ਉਹਨੂੰ ਆਹ ਕਰਨਾ ਚਾਹੀਦਾ, ਉਹਨੂੰ ਇਸ ਤਰ੍ਹਾਂ ਨੰਬਰ ਦੇਣੇ ਚਾਹੀਦੇ। ਇਹ ਬੱਚੇ ਦਾ ਕਰਮ ਨਹੀਂ ਹੈ। ਬੱਚੇ ਦਾ ਇੰਨਾ ਹੀ ਕਰਮ ਹੈ ਕਿ ਤੈਨੂੰ ਪੇਪਰਾਂ ਦੇ ਵਿੱਚ ਬੈਠਣ ਦੀ ਇਜਾਜ਼ਤ ਮਿਲ ਗਈ ਤੇ ਮਾਲਕ ਦੇ ਤਰਸ ਦੇ ਸਦਕਾ ਤੂੰ ਸੋਹਣਾ ਉੱਥੇ ਲਿਖ ਆਇਆ। ਇਹ ਇਸ ਵੇਲੇ ਤੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ। ਤਾਂ ਕਹਿਣ ਦਾ ਭਾਵ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪ ਲਿਆ, ਇਹ ਸਭ ਤੋਂ ਵੱਡੀ ਸਾਡੀ ਅੱਜ ਦੀ ਪ੍ਰਾਪਤੀ ਹੈ। ਸੰਗਤ ਵਿੱਚ ਬਹਿ ਗਏ ਹਾਂ, ਸਭ ਤੋਂ ਵੱਡੀ ਸਾਡੀ ਅੱਜ ਦੀ ਪ੍ਰਾਪਤੀ ਹੈ। ਇਸ ਤੋਂ ਅੱਗੇ ਕੀ ਹੋਣਾ ਉਹ ਗੁਰੂ ਜਾਣੇ। ਤਾਂ ਹਜ਼ੂਰ ਪਾਤਸ਼ਾਹ ਇਹ ਸਾਨੂੰ ਬਾਣੀ 'ਚੋਂ ਵਾਰ-ਵਾਰ ਸਮਝਾਉਂਦੇ ਸਿਖਾਉਂਦੇ ਨੇ ਕਿ ਤੂੰ ਅਗਲੀ ਚਿੰਤਾ ਨਾ ਕਰਿਆ ਕਰ। ਦੇਖੋ ਬਾਣੀ 'ਚ ਇੱਕ ਬਚਨ ਆਉਂਦਾ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਕਿ ਮੈਂ ਜੋ ਕਰਮ ਕਰ ਰਿਹਾ ਇਹਨਾਂ ਦਾ ਕੀ ਫਲ ਮਿਲੇਗਾ ਇਹ ਮੈਨੂੰ ਨਹੀਂ ਪਤਾ। ਹੋ ਸਕਦਾ ਹੈ ਚੰਗੇ ਕਰਮ ਕਰਨ ਦੇ ਬਾਅਦ ਵੀ ਸਾਨੂੰ ਫਲ ਚੰਗਾ ਨਾ ਮਿਲੇ। ਇਹ ਕਾਰਨ ਹੈ ਕਿਉਂਕਿ ਅਸੀਂ ਸਰੀਰ ਕਰਕੇ ਚੰਗੇ ਕਰ ਰਹੇ ਹੋਵਾਂਗੇ, ਮਨ ਕਰਕੇ ਨਹੀਂ ਸਹੀ ਹੋਏ ਹੋਣੇ। ਕਈ ਵਾਰ ਮਨ ਕਰਕੇ ਸਹੀ ਕਰਮ ਹੋ ਰਿਹਾ ਹੁੰਦਾ ਪਰ ਸਰੀਰ ਕਰਕੇ ਨਹੀਂ ਸਹੀ ਹੋ ਰਿਹਾ ਹੁੰਦਾ। ਮਨ ਜਿਹੜਾ ਹੈ ਉਹ ਬਿਲਕੁਲ ਭਾਉ ਭਾਵਨੀ ਵਿੱਚ, ਜਿਸ ਤਰ੍ਹਾਂ ਗੁਰੂ ਹਰਿ ਰਾਏ ਮਹਾਰਾਜ ਦੇ ਜੀਵਨ 'ਚ ਅਸੀਂ ਦੇਖਦੇ ਹਾਂ। ਮਾਈ ਹੈ ਹਜ਼ੂਰ ਗੁਰੂ ਹਰਿ ਰਾਏ ਮਹਾਰਾਜ ਜੀ ਘੋੜੇ ਉੱਪਰ ਸਵਾਰ ਨੇ, ਉਹ ਆਈ, ਸਾਰੇ ਸਿੱਖ ਖੜੇ ਹੋਏ ਨੇ, ਦੌੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਪਕੜਦੀ ਹੈ। ਤੇ ਹੁਣ ਮਨ ਦੇ ਵਿੱਚ ਭਾਵਨਾ ਹੋਰ ਹੈ ਤੇ ਜ਼ੁਬਾਨ ਭਲੀ ਦੀ ਇਹ ਕਹੀ ਜਾ ਰਹੀ ਹੈ ਕਿ ਤੂੰ ਪਾਪੀ ਮੈਂ ਬਖਸ਼ਣਹਾਰ। ਭਾਵਨਾ ਵਿੱਚ ਆ ਕੇ ਗਾਈ ਜਾ ਰਹੀ ਹੈ, ਤੂੰ ਪਾਪੀ ਮੈਂ ਬਖਸ਼ਣਹਾਰ, ਤੂੰ ਪਾਪੀ ਮੈਂ ਬਖਸ਼ਣਹਾਰ। ਹੁਣ ਜੇ ਬਾਹਰੋਂ ਸਾਡੇ ਵਰਗਾ ਬਾਹਲਾ ਗਿਆਨੀ ਵੇਖੇਗਾ ਤੇ ਉਹਨੇ ਕਹਿਣਾ ਹੱਦ ਹੋ ਗਈ, ਇਹਨੇ ਤੇ ਮਹਾਰਾਜ ਦੀ ਬੇਅਦਬੀ ਕਰ ਦਿੱਤੀ ਹੈ। ਸਿੱਖਾਂ ਨੇ ਕਹਿ ਵੀ ਦਿੱਤਾ ਕਿ ਮਾਈ ਕੀ ਕਹੀ ਜਾਨੀ ਹੈ, ਗੁਰੂ ਹਰਿ ਰਾਏ ਮਹਾਰਾਜ ਥੋੜ੍ਹੀ ਪਾਪੀ ਨੇ, ਗੁਰੂ ਥੋੜ੍ਹੀ ਪਾਪੀ ਹੁੰਦਾ, ਆਪਾਂ ਪਾਪੀ ਹਾਂ।
ਤੇ ਸਤਿਗੁਰੂ ਪਾਤਸ਼ਾਹ ਇਸ਼ਾਰੇ ਨਾਲ ਸਿੱਖਾਂ ਨੂੰ ਕਹਿੰਦੇ ਨਹੀਂ, ਇਹਨੂੰ ਬੋਲੀ ਜਾਣ ਦਿਓ। ਐ ਰੰਗ ਦੇ ਵਿੱਚ ਰੱਤੀ ਮਹਾਰਾਜ ਦੇ ਚਰਨ ਪਕੜੇ ਨੇ, ਕਿਸੇ ਬੇਸੁੱਧੀ ਦੇ ਵਿੱਚ ਗਾਈ ਜਾ ਰਹੀ ਹੈ, ਭਾਵਨਾ ਦੇ ਵਿੱਚ ਵਹਿ ਰਹੀ, ਅੱਖਾਂ 'ਚੋਂ ਨੀਰ ਵਹੀ ਜਾਂਦਾ, ਉੱਚੀ ਉੱਚੀ ਇੱਕੇ ਟੱਕ ਲੱਗੀ ਹੋਈ, ਤੂੰ ਪਾਪੀ ਮੈਂ ਬਖਸ਼ਣਹਾਰ, ਤੂੰ ਪਾਪੀ ਮੈਂ ਬਖਸ਼ਣਹਾਰ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਇਹ ਹੈ, ਤੁਸੀਂ ਬਾਹਰੋਂ ਇਹਦਾ ਕਰਮ ਵੇਖਿਆ ਪਰ ਅਸੀਂ ਅੰਦਰੋਂ ਇਹਦਾ ਕਰਮ ਵੇਖਿਆ ਹੈ। ਅੰਦਰੋਂ ਇਹ ਇਹੀ ਕਹਿ ਰਹੀ ਕਿ ਮੈਂ ਪਾਪੀ ਤੂੰ ਬਖਸ਼ਣਹਾਰ, ਪਰ ਬਾਹਰੋਂ ਜ਼ੁਬਾਨ ਕੁਛ ਹੋਰ ਕਹਿ ਰਹੀ। ਤਾਂ ਭਾਵ ਇਹ ਹੈ ਕਿ ਕਈ ਵਾਰ ਸਾਡਾ ਬਾਹਰਲਾ ਕਰਮ ਜਿਹੜਾ ਉਹ ਭਲਾ ਨਹੀਂ ਹੁੰਦਾ, ਪਰ ਗੁਰੂ ਬਖਸ਼ਦਾ ਹੈ, ਕਿਉਂਕਿ ਗੁਰੂ ਨੇ ਅੰਦਰਲਾ ਕਰਮ ਜਿਹੜਾ ਵੇਖਣਾ। ਇੱਕ ਹੋਰ ਇਤਿਹਾਸ ਦੀ ਘਟਨਾ ਸਾਹਮਣੇ ਆਈ। ਗੁਰੂ ਹਰਿ ਰਾਏ ਮਹਾਰਾਜ ਦਾ ਜੀਵਨ ਜਦੋਂ ਲੜੀਵਾਰ ਆਪਾਂ ਤਖਤ ਸਾਹਿਬ ਜੀ ਤੋਂ ਕਥਾ ਸਮਾਪਤ ਹੋਈ ਪਿੱਛੇ ਗੁਰੂ ਹਰਿ ਰਾਏ ਮਹਾਰਾਜ ਦੇ ਜੀਵਨ ਦੀ, ਕਿਉਂਕਿ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਆਪਾਂ ਸਰਵਣ ਕਰ ਰਹੇ ਹਾਂ, ਉਦੋਂ ਮਹਾਰਾਜ ਦੇ ਜੀਵਨ 'ਚ ਘਟਨਾ ਆਈ। ਹਜ਼ੂਰ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਗਏ ਤੇ ਚਲਦਿਆਂ ਚਲਦਿਆਂ ਮਹਾਰਾਜ ਪਾਤਸ਼ਾਹ ਜੀ ਇੱਕਦਮ ਸਾਰਿਆਂ ਦੇ ਨਾਲੋਂ ਅਲਾਇਦਾ ਹੋ ਕੇ, ਵੱਖ ਹੋ ਕੇ ਇੱਕ ਵੱਖਰੇ ਰਾਹ ਨੂੰ ਘੋੜਾ ਜਿਹੜਾ ਸੀ ਉਹ ਕਰ ਦਿੱਤਾ। ਸਿੱਖ ਵੀ ਫਟਾਫਟ ਮਹਾਰਾਜ ਦੇ ਮਗਰ ਗਏ। ਕੀ ਦੇਖਦੇ ਨੇ, ਅੱਗੇ ਚੱਲ ਕੇ ਸਤਿਗੁਰੂ ਪਾਤਸ਼ਾਹ ਪੈਰਾਂ ਵਿੱਚ ਮਹਾਰਾਜ ਨੇ ਚਰਨਾਂ ਵਿੱਚ ਉਸੇ ਤਰ੍ਹਾਂ ਹੀ ਜੋੜਾ ਪਾਇਆ। ਨਾ ਮਹਾਰਾਜ ਜੀ ਨੇ ਹੱਥ ਸੁੱਚੇ ਕੀਤੇ, ਨਾ ਮਹਾਰਾਜ ਜੀ ਆਸਨ ਲਾ ਕੇ ਬੈਠੇ, ਕੋਈ ਸਿੰਘਾਸਨ ਲਾ ਕੇ ਬੈਠੇ, ਘੋੜੇ ਦੇ ਉੱਤੇ ਹੀ ਅਸਵਾਰ ਨੇ। ਤੇ ਮਹਾਰਾਜ ਜੀ ਜਾ ਕੇ ਮਾਈ ਨੂੰ ਕਹਿ ਰਹੇ, ਲਿਆ ਮਾਈ ਪ੍ਰਸ਼ਾਦਾ ਦੇ। ਕੈਸੀ ਕਮਾਲ ਦੀ ਖੇਡ। ਉਹ ਭਾਵਨਾ ਵਾਲੀ ਫਟਾਫਟ ਜਿਸ ਤਰ੍ਹਾਂ ਉਹਦੇ ਕੋਲ ਪ੍ਰਸ਼ਾਦਾ ਸੀ, ਉਹ ਰੋਜ਼ ਮਹਾਰਾਜ ਦੇ ਦਰਸ਼ਨਾਂ ਦੀ ਉਡੀਕ ਵਿੱਚ ਰਸਤੇ 'ਚ ਖੜਦੀ ਹੁੰਦੀ ਸੀ। ਉਹਦੀ ਘਟਨਾ ਚਲੋ ਆਪਾਂ ਥੋੜ੍ਹਾ ਵਿਸਤਾਰ ਨਾਲ ਜ਼ਿਕਰ ਕਰ ਲੈਂਦੇ ਹਾਂ। ਉਹਨੇ ਨਾ ਉਹਨੂੰ ਪਤਾ ਹੁੰਦਾ ਸੀ ਕਿ ਮਹਾਰਾਜ ਜੀ ਰੋਜ਼ ਇੱਧਰ ਦੀ ਲੰਘਦੇ ਨੇ। ਉਹ ਬੜੀ ਗਰੀਬ ਤੇ ਮਨ ਦੇ ਵਿੱਚ ਆਉਣਾ ਵੀ ਮੈਂ ਸਤਿਗੁਰੂ ਪਾਤਸ਼ਾਹ ਜੀ ਦੀ ਕੋਈ ਸੇਵਾ ਕਰਾਂ, ਪਰ ਮੈਂ ਸੇਵਾ ਕਰਾਂ ਕਿਵੇਂ? ਜੇ ਮੈਂ ਅਗਾਂਹ ਹੋਵਾਂਗੀ ਤਾਂ ਮਹਾਰਾਜ ਦੇ ਨਾਲ ਸਿੱਖ ਨੇ ਸਾਰੇ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ, ਮਹਾਰਾਜ ਦੇ ਨਾਲ ਸੰਗਤਾਂ ਨੇ, ਸੰਗਤਾਂ ਵਿੱਚ ਇੱਕ ਤੋਂ ਇੱਕ ਅਮੀਰ ਲੋਕ ਬੈਠੇ ਨੇ, ਮਹਾਰਾਜ ਦੇ ਨਾਲ ਆਉਂਦੇ ਨੇ। ਤੇ ਮੈਂ ਗਰੀਬਨੀ ਜੀ, ਪਾਟੇ ਜੇ ਮੇਰੇ ਕੱਪੜੇ ਨੇ, ਹੈ ਮੇਰੇ ਕੋਲ ਕੁਛ ਹੈ ਨਹੀਂ, ਤੇ ਮੈਂ ਮਹਾਰਾਜ ਦੇ ਰਸਤੇ ਵਿੱਚ ਖੜੀ ਹੋ ਕੇ ਕੁਛ ਦਵਾਂ ਤੇ ਲੋਕਾਂ ਨੇ ਮੇਰਾ ਮਜ਼ਾਕ ਉਡਾਉਣਾ। ਇਹ ਸਾਡੇ ਅੰਦਰ ਬਹੁਤ ਵੱਡਾ ਇੱਕ ਵਹਿਮ ਪੈਦਾ ਹੋ ਜਾਂਦਾ ਕਈ ਵਾਰ ਵੀ ਜੇ ਮੈਂ ਗੁਰੂ ਘਰ ਆਹ ਚੀਜ਼ ਦੇਵਾਂਗਾ, ਲੋਕਾਂ ਨੇ ਕਹਿਣਾ ਇਹ ਨਿੱਕੀ ਜਿਹੀ ਚੀਜ਼ ਲੈ ਆਇਆ, ਇੱਥੇ ਤੋਂ ਲੋਕ ਐਡੀਆਂ ਐਡੀਆਂ ਚੀਜ਼ਾਂ ਦਿੰਦੇ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਭਲਿਆ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਪੂਰੀ ਕੌਡੀ ਦੀ ਵੀ ਗੱਲ ਛੱਡ ਤੋਂ, ਕੌਡੀ ਤਾਂ ਬਹੁਤ ਵੱਡੀ ਹੋ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਕੌਡੀ ਅਗਰ ਭਾਗ ਰੱਖੈ, ਕੌਡੀ ਦਾ ਅਗਲਾ ਜਿਹੜਾ ਭਾਗ ਹਿੱਸਾ ਹੁੰਦਾ ਨਾ, ਜਿਵੇਂ ਉਹਦਾ ਛੋਟਾ ਜਿਹਾ ਟੁਕੜਾ ਅਗਲਾ, ਉਹ ਵੀ ਤੂੰ ਰੱਖ ਦੇ। ਕੌਡੀ ਵੀ ਬੜੀ ਵੱਡੀ ਗੱਲ ਹੈ, ਉਹ ਵੀ ਛੱਡ ਦੇ ਸਾਰੀ, ਤੂੰ ਉਹਦਾ ਅਗਲਾ ਹਿੱਸਾ ਹੀ ਤੋੜ ਕੇ ਰੱਖ ਦੇ। ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਉਹ ਰੋਜ਼ ਰਸਤੇ ਵਿੱਚ ਖੜੀ ਹੈ। ਗੁਰੂ ਹਰਿ ਰਾਏ ਮਹਾਰਾਜ ਜੀ ਇੱਕ ਦਿਨ ਆਏ ਨੇ ਤੇ ਮਹਾਰਾਜ ਕਹਿੰਦੇ, ਲਿਆ ਮਾਈ ਭੁੱਖ ਲੱਗੀ ਹੈ। ਤੇ ਉਹਨੇ ਪੋਣੇ ਦੇ ਵਿੱਚ ਕੱਪੜੇ ਵਿੱਚ ਪ੍ਰਸ਼ਾਦਾ ਲਪੇਟਿਆ ਤੇ ਉਵੇਂ ਖੋਲ ਕੇ ਉਹਨੇ ਕੰਬਦੇ ਜੇ ਹੱਥਾਂ ਨਾਲ ਉੱਚਾ ਕੀਤਾ ਤੇ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਤੇ ਲਿਆ ਤੇ ਜੋ ਵੀ ਉਹਨੇ ਪ੍ਰਸ਼ਾਦੇ ਤੇ ਰੱਖਿਆ ਮਹਾਰਾਜ ਜੀ ਉਸੇ ਤਰ੍ਹਾਂ ਛਕਦੇ ਪਏ ਨੇ। ਹੁਣ ਨਾਲ ਦੇ ਸਿੱਖ ਬੜੇ ਹੈਰਾਨ ਹੋਏ ਕਿ ਸ਼ਾਇਦ ਮਹਾਰਾਜ ਨੂੰ ਇੰਨੀ ਭੁੱਖ ਲੱਗੀ, ਮਹਾਰਾਜ ਨੇ ਹੱਥ ਵੀ ਨਹੀਂ ਅੱਜ ਸੁੱਚੇ ਕੀਤੇ। ਸਤਿਗੁਰੂ ਪਾਤਸ਼ਾਹ ਤੇ ਸਾਨੂੰ ਮਰਿਆਦਾ ਦੱਸਦੇ ਨੇ ਤੇ ਅੱਜ ਮਹਾਰਾਜ ਜੀ ਨੇ ਚਰਨਾਂ 'ਚੋਂ ਜੋੜਾ ਵੀ ਨਹੀਂ ਲਾਇਆ, ਅੱਜ ਮਹਾਰਾਜ ਜੀ ਨੇ ਚੌਂਕੜਾ ਵੀ ਨਹੀਂ ਮਾਰ ਕੇ ਛਕਿਆ, ਪੰਗਤ ਵਿੱਚ ਵੀ ਨਹੀਂ ਛਕਿਆ। ਅਗਲੇ ਦਿਨ ਮਹਾਰਾਜ ਜੀ ਫਿਰ ਸ਼ਿਕਾਰ ਤੇ ਜਾਣਾ, ਤਾਂ ਸਿੱਖਾਂ ਨੇ ਪਹਿਲਾਂ ਹੀ ਪ੍ਰਸ਼ਾਦਾ ਪੈਕ ਕਰਵਾ ਲਿਆ, ਪਹਿਲਾਂ ਹੀ ਤਿਆਰ ਕਰਕੇ ਪੋਣੇ 'ਚ ਬੰਨ੍ਹ ਲਿਆ। ਜਦੋਂ ਉਹੀ ਦੁਪਹਿਰ ਜੀ ਦਾ ਸਮਾਂ ਹੋਇਆ ਤੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਪ੍ਰਸ਼ਾਦਾ ਛਕ ਲਓ। ਹਜ਼ੂਰ ਕਹਿੰਦੇ ਵੀ ਇਹ ਪ੍ਰਸ਼ਾਦੇ ਦਾ ਕਿਹੜਾ ਟਾਈਮ ਹੈ? ਪ੍ਰਸ਼ਾਦਾ ਛਕ ਕੇ ਆਪਾਂ ਤੁਰੇ ਹਾਂ, ਹਰ ਵਾਰ ਆਪਾਂ ਵਾਪਿਸ ਜਾ ਕੇ ਹੀ ਪ੍ਰਸ਼ਾਦਾ ਛਕਦੇ ਹਾਂ, ਤੁਸੀਂ ਪ੍ਰਸ਼ਾਦਾ ਕਿਉਂ ਲੈ ਕੇ ਆਏ? ਤੇ ਭਾਵਨਾ ਨਾਲ ਕਹਿੰਦੇ, ਮਹਾਰਾਜ ਸਾਨੂੰ ਇੰਜ ਲੱਗਾ ਵੀ ਕੱਲ ਤੁਹਾਨੂੰ ਬੜੀ ਭੁੱਖ ਲੱਗੀ ਸੀਗੀ ਤੇ ਇਸ ਕਰਕੇ ਤੁਸੀਂ ਉਸ ਮਾਈ ਤੋਂ ਪ੍ਰਸ਼ਾਦਾ ਮੰਗ ਕੇ ਛਕਿਆ ਜਾ ਕੇ, ਤੇ ਸਾਨੂੰ ਲੱਗਾ ਅੱਜ ਵੀ ਤੁਹਾਨੂੰ ਭੁੱਖ ਲੱਗੀ, ਅਸੀਂ ਪਹਿਲਾਂ ਹੀ ਲੈ ਆਂਦਾ। ਤੇ ਹਜ਼ੂਰ ਪਾਤਸ਼ਾਹ ਉੱਥੇ ਭਾਵਨਾ ਦੀ ਗੱਲ ਕਰਕੇ ਕਹਿੰਦੇ ਨੇ, ਐ ਭਲਿਓ ਪੁਰਖੋ, ਅਸਲ ਵਿੱਚ ਉਸ ਮਾਈ ਦੀ ਭਾਵਨਾ ਇੰਨੀ ਪ੍ਰਬਲ ਸੀ, ਉਸ ਪ੍ਰੇਮ ਦੇ ਵਿੱਚ ਅਸੀਂ ਇੰਨੇ ਕੁ ਖਿੱਚੇ ਗਏ ਸੀ ਕਿ ਅਸੀਂ ਜਾ ਕੇ ਨਾ ਚਰਨਾਂ 'ਚੋਂ ਜੋੜਾ ਲਾਇਆ, ਨਾ ਹੱਥ ਸੁੱਚੇ ਕੀਤੇ, ਸਾਰਾ ਕੁਛ ਜਿਹੜਾ ਸੀ ਸਾਨੂੰ ਵਿਸਰ ਗਿਆ। ਸਾਹਿਬ ਕਹਿੰਦੇ ਜਿੱਥੇ ਪ੍ਰੇਮ ਹੈ ਉੱਥੇ ਕਈ ਵਾਰ ਨੇਮ ਭੁੱਲ ਜਾਂਦੇ ਹੁੰਦੇ ਨੇ। ਮਹਾਰਾਜ ਦਾ ਉੱਥੇ ਵਚਨ ਸੀ, ਜਿੱਥੇ ਪ੍ਰੇਮ ਹੈ ਉੱਥੇ ਨੇਮ ਭੁੱਲ ਜਾਂਦੇ ਨੇ। ਉੱਥੇ ਨੇਮ ਬਹੁਤੀ ਅਹਿਮੀਅਤ ਨਹੀਂ ਕਈ ਵਾਰ ਰੱਖਦਾ। ਭਾਵ ਸਿਰਫ ਇੰਨਾ ਮੈਂ ਕਹਿ ਰਿਹਾ, ਕਈ ਵਾਰ ਸਾਡਾ ਅੰਦਰਲਾ ਕੁਝ ਹੋਰ ਹੁੰਦਾ, ਬਾਹਰ ਕੁਝ ਹੋਰ ਵਰਤਦਾ ਹੁੰਦਾ, ਜਿਹਨੂੰ ਹਜ਼ੂਰ ਇੰਝ ਸਾਨੂੰ ਅੱਜ ਸਮਝਾਉਣਗੇ ਕਿ ਦੇਖੋ ਅਸੀਂ ਕਹਿ ਰਹੇ ਹਾਂ ਅਸੀਂ ਬਾਹਰੋਂ ਭਲੇ ਹਾਂ ਤੇ ਅਸੀਂ ਅੰਦਰੋਂ ਵੀ ਭਲੇ ਹੋਵਾਂਗੇ। ਤਾਂ ਮੈਂ ਇਹ ਕਹਿ ਰਿਹਾ, ਜ਼ਰੂਰੀ ਨਹੀਂ ਜੇ ਤੂੰ ਬਾਹਰੋਂ ਭਲਾ ਹੈ ਤਾਂ ਤੇਰੇ ਤੇ ਕਿਰਪਾ ਵਰਸੇਗੀ। ਅਸੀਂ ਗੁਰੂ ਦਾ ਜਿਹੜਾ ਕਰਮ ਹੈ ਨਾ, ਉਹਦੀ ਜ਼ਿੰਮੇਵਾਰੀ ਅਸੀਂ ਨਾ ਲਈਏ।
ਵੀ ਮੈਂ ਆ ਕੀਤਾ ਹੈ ਤੇ ਮੈਨੂੰ ਇਹਦੇ ਬਦਲੇ ਦੇ ਵਿੱਚ ਆ ਹੀ ਮਿਲਣਾ ਚਾਹੀਦਾ ਹੈ। ਅਧਿਆਪਕ ਦਾ ਕੰਮ ਹੈ, ਉਹਨੇ ਤੁਹਾਡਾ ਪੇਪਰ ਚੈੱਕ ਕਰਕੇ ਤੁਹਾਨੂੰ ਕਿੰਨੇ % ਦੇਣੇ। ਸਾਡੇ ਤੇ ਇਹੀ ਸਭ ਤੋਂ ਵੱਡੀ ਬਖਸ਼ਿਸ਼ ਹੈ ਕਿ ਅਸੀਂ ਅੰਮ੍ਰਿਤ ਵੇਲੇ ਜਪ ਲਿਆ, ਅਸੀਂ ਗੁਰੂ ਤੱਕ ਪਹੁੰਚ ਗਏ ਹਾਂ, ਬਾਣੀ ਪੜ੍ਹ ਲਈ, ਕਥਾ ਕੀਰਤਨ ਸਰਵਣ ਕਰ ਲਿਆ। ਅੱਗੇ ਗੁਰੂ ਜਾਣੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਮੈਂ ਕੀ ਜਾਣਦਾ। ਮੈਂ ਬਾਹਰੋਂ ਚੰਗੇ ਕਰਮ ਕੀਤੇ ਹੋਣ, ਸਜ਼ਾ ਮੈਨੂੰ ਮਾੜੀ ਵੀ ਮਿਲ ਸਕਦੀ ਹੈ। ਮੈਂ ਬਾਹਰੀ ਤੌਰ 'ਤੇ ਮਾੜੇ ਕੀਤੇ ਹੋਣ, ਪਰ ਅੰਦਰੋਂ ਭਲਾ ਹੋਵਾਂ, ਸਜ਼ਾ ਚੰਗੀ ਵੀ ਮਿਲ ਸਕਦੀ ਹੈ। ਗੁਰੂ ਸਾਰੇ ਪੱਖ ਜਿਹੜੇ ਉਹ ਵੇਖਦਾ ਹੈ। ਤਾਂ ਹਜ਼ੂਰ ਸਤਿਗੁਰੂ ਅੱਜ ਇਹ ਸਾਨੂੰ ਸਮਝਾ ਰਹੇ ਨੇ। ਪ੍ਰਾਰੰਭਤਾ ਕਰਦੇ ਨੇ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਇਹ ਸਤਿਗੁਰੂ ਪਾਤਸ਼ਾਹ, ਮੈਂ ਤੇਰਾ ਦਰਸ਼ਨ ਜਿਹੜਾ ਨਾ ਉਹਨੂੰ ਦੇਖ ਦੇਖ ਕੇ ਜਿਉਂਦਾ ਹਾਂ। ਹੁਣ ਇੱਕ ਹੈ ਬਾਹਰੋਂ ਗੁਰੂ ਦੇ ਦਰਸ਼ਨਾਂ ਦੇ ਨਾਲ ਜੁੜੇ ਰਹਿਣਾ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਦੀ ਅਸੀਂ ਲਾਹੌਰ ਵਾਲੀ ਘਟਨਾ ਦੇਖਦੇ ਹਾਂ ਕਿ ਮਹਾਰਾਜ ਜੀ ਲਾਹੌਰ ਗਏ, ਤਾਇਆ ਸਹਾਰੀ ਮੱਲ ਦੇ ਪੁੱਤਰ ਦੇ ਵਿਆਹ 'ਤੇ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਜਿੰਨਾ ਚਿਰ ਅਸੀਂ ਸੱਦਾਂਗੇ ਨਹੀਂ ਉਹਨਾਂ ਚਿਰ ਆਉਣਾ ਨਹੀਂ। ਹੁਣ ਸਮਾਂ ਜਿਹੜਾ ਉਹ ਬੀਤਿਆ, ਵਿਆਹ ਵੀ ਹੋ ਗਿਆ, ਕੁਝ ਸਮਾਂ ਉੱਥੇ ਪ੍ਰਚਾਰ ਪ੍ਰਸਾਰ ਵੀ ਕੀਤਾ, ਆਖਰ ਅੰਦਰ ਦੀ ਤਾਂਘ ਜਿਹੜੀ ਸੀ ਉਵੇਂ ਹੀ ਬਣੀ ਹੋਈ ਹੈ। ਤੇ ਅੱਜ ਉਸ ਤਾਂਘ ਦੇ ਉੱਤੇ ਜਿਵੇਂ ਵਸ ਨਾ ਚੱਲਿਆ ਤੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਕਿ ਬਹੁਤ ਜਨਮ ਜਿਹੜੇ ਵੀ ਜਿਵੇਂ ਬਤੀਤ ਹੋ ਗਏ, ਇੱਥੇ ਲੰਬਾ ਸਮਾਂ ਵੀ ਸਾਨੂੰ ਇੱਥੇ ਆਇਆ ਹੋ ਗਿਆ। ਹੁਣ ਹਾਲਤ ਇਹ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ, ਮੁਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹੁਣ ਹਾਲਤ ਇਹ ਹੋ ਚੁੱਕੀ ਹੈ। ਤਾਂ ਘਟਨਾ ਆਪਾਂ ਥੋੜ੍ਹਾ ਜਾਣਦੇ ਹਾਂ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਵਾਪਿਸ ਆਏ, ਗੁਰੂ ਰਾਮਦਾਸ ਮਹਾਰਾਜ ਨੇ ਸੁਨੇਹਾ ਭੇਜਿਆ, ਬਾਬਾ ਬੁੱਢਾ ਸਾਹਿਬ ਜੀ ਲੈਣ ਗਏ। ਤਾਂ ਮਹਾਰਾਜ ਇਹ ਸਾਰੀਆਂ ਅਵਸਥਾਵਾਂ ਤੇ ਇੱਕ ਸਿੱਖ, ਇੱਕ ਜਗਿਆਸੂ ਦੀ ਜਿਹੜੀ ਅਵਸਥਾ ਹੈ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ। ਇਹ ਮੇਰੇ ਸਤਿਗੁਰੂ, ਮੈਂ ਤੇਰਾ ਦਰਸ਼ਨ ਜਿਹੜਾ ਉਹ ਦੇਖ ਕੇ ਜਿਉਣਾ। ਸਾਹਿਬ ਦੀ ਬਾਣੀ 'ਚ ਇੱਕ ਬਚਨ ਆਉਂਦਾ, ਸਤਿਗੁਰ ਕਾ ਦਰਸ਼ਨ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਕਿ ਮੈਂ ਗੁਰੂ ਦੇ ਦਰਸ਼ਨ ਦੇਖ ਦੇਖ ਕੇ, ਗੁਰੂ ਦੇ ਦੀਦਾਰ ਕਰ ਕਰਕੇ ਹੀ ਜਿਉਂਦਾ। ਹੁਣ ਦੇਖੋ, ਥੋੜ੍ਹਾ ਜਿਹਾ ਇਹਨੂੰ ਖੁੱਲ੍ਹੀਏ। ਬਾਹਰੀ ਤੌਰ 'ਤੇ ਆਪਾਂ ਹਰ ਵੇਲੇ ਗੁਰੂ ਕੇ ਦਰਸ਼ਨ ਨਹੀਂ ਕਰ ਸਕਦੇ। ਬਾਹਰੀ ਤੌਰ 'ਤੇ ਮੈਂ ਗੱਲ ਕਰਦਾ ਵੀ ਜੇ ਆਪਾਂ ਨੂੰ ਕੋਈ ਸਾਰਾ ਦਿਨ ਕਵੇ ਵੀ ਅੰਮ੍ਰਿਤ ਵੇਲੇ 4 ਵਜੇ ਤੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਅਤੇ ਸ਼ਾਮੀ ਕੋਈ 7 ਵਜੇ ਸੁਖਾਸਨ ਹੋਣਾ ਅਤੇ 7 ਵਜੇ ਤੱਕ ਅਸੀਂ ਚੌਂਕੜਾ ਮਾਰ ਕੇ ਬੈਠੇ ਰਹੀਏ, ਇਹ ਮੁਸ਼ਕਲ ਹੋ ਜਾਏਗਾ, ਨਹੀਂ ਹੋ ਪਾਏਗਾ। ਇੱਕ ਗੁਰੂ ਕਾ ਦਰਸ਼ਨ ਕਰਨ ਦਾ ਭਾਵ ਇਹ ਹੈ, ਅਸੀਂ ਜਿੱਥੇ ਵੀ ਹਾਂ ਸਾਡੀ ਸੁਰਤ ਜਿਹੜੀ ਹੈ ਉਹ ਮਹਾਰਾਜ ਨੂੰ ਆਪਣੇ ਨੇਤਰਾਂ ਦੇ ਵਿੱਚ ਉਤਾਰ ਕੇ ਰੱਖੇ। ਅੱਜ ਇਹ ਵੀ ਇੱਕ ਸਵਾਲ ਹੈ ਵੀ ਗੁਰੂ ਦੇ ਦਰਸ਼ਨਾਂ ਦਾ ਧਿਆਨ ਕਿਵੇਂ ਕੀਤਾ ਜਾਂਦਾ ਹੈ। ਤਾਂ ਅਸੀਂ ਬਹੁਤੇ ਸਿਆਣੇ ਤਾਂ ਨਹੀਂ, ਪਰ ਜਿੰਨੀ ਕੁ ਮਹਾਰਾਜ ਨੇ ਸੋਝੀ ਦਿੱਤੀ ਹੈ। ਦੇਖੋ, ਜਿਵੇਂ ਆਪਾਂ ਇਸ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਕਰ ਰਹੇ ਹਾਂ। ਛੋਟਾ ਜਿਹਾ ਇੱਕ ਤਜਰਬਾ ਹੈ, ਜੇ ਤੁਸੀਂ ਕਰਕੇ ਵੇਖੋਗੇ ਤਾਂ ਜਿਵੇਂ ਜਿਸ ਤਰ੍ਹਾਂ ਵੀ ਇਸ ਵੇਲੇ ਮਹਾਰਾਜ ਦਾ ਦਰਬਾਰ ਸਜਿਆ, ਜਿਸ ਤਰ੍ਹਾਂ ਵੀ ਤੁਹਾਨੂੰ ਸਾਹਮਣੇ ਉਹ ਦਿਸ ਰਿਹਾ ਹੈ, ਕਿਉਂਕਿ ਅਸੀਂ ਤਾਂ ਇੱਧਰ ਸਜੇ ਹਾਂ, ਜਿਵੇਂ ਤੁਹਾਨੂੰ ਦਿਸ ਰਿਹਾ, ਇਸ ਤਸਵੀਰ ਨੂੰ ਆਪਣੀਆਂ ਅੱਖਾਂ ਦੇ ਵਿੱਚ, ਆਪਣੇ ਨੇਤਰਾਂ ਦੇ ਵਿੱਚ ਤੁਸੀਂ ਕਲਿੱਕ ਕਰ ਸਕਦੇ ਹੋ। ਜਿਵੇਂ ਆਪਾਂ ਤਖਤ ਸਾਹਿਬ 'ਤੇ ਦਰਸ਼ਨ ਕਰਨ ਜਾਂਦੇ ਹਾਂ ਉੱਥੇ, ਅਤੇ ਜਦੋਂ ਆਪਾਂ ਸਾਹਮਣੇ ਮਹਾਰਾਜ ਦੇ ਦੀਦਾਰ ਕਰਦੇ ਹਾਂ, ਜੋ ਉੱਥੋਂ ਦਾ ਵਿਊ ਬਣਿਆ ਹੁੰਦਾ ਕਿ ਸਾਹਮਣੇ ਮਹਾਰਾਜ ਜੀ ਦਾ ਪ੍ਰਕਾਸ਼ ਹੈ, 2 ਸਾਈਡਾਂ 'ਤੇ ਫਿਰ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਇੱਕ ਪਾਸੇ ਸ਼੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼, ਗੁਰੂ ਕੇ ਵਜ਼ੀਰ ਚੌਰ ਸਾਹਿਬ ਕਰ ਰਹੇ ਨੇ, ਸੋਹਣੀਆਂ ਸੋਨੇ ਦੀਆਂ ਪਾਲਕੀਆਂ ਨੇ, ਸੋਹਣੇ ਚੰਦੋਏ ਝੁਲਦੇ ਪਏ ਨੇ, ਸੋਹਣਾ ਸਾਰੇ ਪਾਸੇ ਮਹਾਰਾਜ ਦਾ ਹਰਿਮੰਦਰ ਸਜਿਆ। ਉਸ ਵਿਊ ਨੂੰ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਅਤੇ ਆਪਾਂ ਉਸ ਵਿਊ ਨੂੰ ਆਪਣੇ ਅੱਖਾਂ ਦੇ ਵਿੱਚ ਉਹਨੂੰ ਕਲਿੱਕ ਕਰ ਲੈਣਾ। ਇਹ ਅੱਜ ਕੱਲ੍ਹ ਤਾਂ ਸਾਡਾ ਇੱਕ ਸੁਭਾਅ ਇਹ ਬਣ ਚੁੱਕਾ ਨਾ, ਅਸੀਂ ਅੱਖਾਂ ਨਾਲ ਘੱਟ ਵੇਖਦੇ ਹਾਂ, ਅਸੀਂ ਮੋਬਾਈਲਾਂ 'ਚ ਜ਼ਿਆਦਾ ਵੇਖਦੇ ਹਾਂ। ਵੀ ਜਿੱਥੇ ਗਏ ਫਟਾਫਟ ਵੀਡੀਓਗ੍ਰਾਫੀ ਸ਼ੁਰੂ ਕਰਤੀ ਅਤੇ ਸਾਡਾ ਧਿਆਨ ਸਕਰੀਨ 'ਤੇ ਰਹਿਣਾ। ਇਹ ਕਦੀ ਤਜਰਬਾ ਕਰਕੇ ਵੇਖਿਓ, ਜਿੱਥੇ ਕੁਛ ਵੀ ਹੋ ਰਿਹਾ, ਜਦੋਂ ਅਸੀਂ ਮੋਬਾਈਲ ਚਲਾਵਾਂਗੇ ਨਾ, ਭਾਵੇਂ ਅਸੀਂ ਵੀਡੀਓ ਹੀ ਬਣਾ ਰਹੇ ਹਾਂ, ਅਤੇ ਸਾਡਾ ਧਿਆਨ ਆਪਣੇ ਮੋਬਾਈਲ ਦੀ ਡਿਸਪਲੇ 'ਤੇ ਰਹੇਗਾ, ਨਾ ਕਿ ਸਾਹਮਣੇ ਵਾਲੇ ਵਿਊ 'ਤੇ ਰਹੇਗਾ ਜੋ ਹੋ ਰਿਹਾ। ਅਤੇ ਉਸ ਦ੍ਰਿਸ਼ ਨੂੰ ਮੈਂ ਕਈ ਵਾਰ ਇਹ ਸੋਚਦਾ, ਨਾ ਮਾफ़ ਕਰਿਓ ਮੇਰੀ ਸ਼ਬਦਾਵਲੀ ਨੂੰ, ਵੀ ਸਾਡੇ ਮਾੜੇ ਭਾਗ ਕਿ ਅਸੀਂ ਐਡੀ ਦੂਰੋਂ ਆ ਕੇ ਵੀ ਅਤੇ ਅਸੀਂ ਕਈ ਵਾਰ ਮੋਬਾਈਲ ਉੱਤੇ ਸਾਰੇ ਦਰਸ਼ਨ ਕਰ ਲੈਂਦੇ, ਜਿਹੜੇ ਅਸੀਂ ਘਰੇ ਵੀ ਕਰ ਸਕਦੇ ਹੁੰਦੇ, ਅਸੀਂ ਪ੍ਰਤੱਖ ਅੱਖਾਂ ਨਾਲ ਦਰਸ਼ਨ ਹੀ ਨਹੀਂ ਕਰ ਪਾਉਂਦੇ। ਸੋ ਮੈਂ ਜਿਹੜੀ ਗੱਲ ਕਰਨ ਲੱਗਾ ਸੀ, ਅਸੀਂ ਧਿਆਨ ਕਿਵੇਂ ਕਰਨਾ ਹੈ ਕਿ ਉਸ ਵਿਊ ਨੂੰ ਆਪਣੀਆਂ ਅੱਖਾਂ ਵਿੱਚ ਜਦੋਂ ਕਲਿੱਕ ਕਰ ਲੈਂਦੇ ਹਾਂ, ਫਿਰ ਅਸੀਂ ਜਿੱਥੇ ਵੀ ਬਹਿ ਕੇ ਸਿਮਰਨ ਕਰਦੇ ਹਾਂ, ਘਰੇ ਬਹਿ ਕੇ ਕਰੀਏ ਜਾਂ ਵੈਸੇ ਕਿਤੇ ਬੈਠੇ ਹੋਈਏ, ਸਾਡੇ ਨੇਤਰ ਬੰਦ ਹੋਣ ਅਤੇ ਬਸ ਗੁਰੂ ਸ਼ਬਦ ਕਹਿੰਦੇ ਆ ਸਾਡੀਆਂ ਅੱਖਾਂ ਸਾਹਮਣੇ ਉਹ ਸਾਰਾ ਵਿਊ ਆ ਜਾਣਾ ਚਾਹੀਦਾ ਹੈ। ਇਹ ਹੈ ਗੁਰੂ ਦੇ ਚਰਨਾਂ ਦਾ ਧਿਆਨ ਕਰਨਾ। ਬਹੁਤ ਅੱਜ ਕੱਲ੍ਹ ਪੁੱਛਦੇ ਵੀ ਮਹਾਰਾਜ ਦਾ ਧਿਆਨ ਕਿਵੇਂ ਕੀਤਾ ਜਾਏ। ਇਹ ਪਹਿਲਾ ਸਟੈਪ ਹੈ
ये अगली मंजिल नहीं, पर यह पहला स्टैप है जदों इस तरह असी करांगे। क्योंकि देखो जिवें आपां माँ शब्द कहने आ तो सुभाविक है मैं एक दो बार माँ शब्द कवां, तुसीं अखां बंद करो तो अपने आप तुहाडी माँ का चेहरा जिहड़ा तुहाडीਆਂ अखां सामने आ जाएगा। बनाउणा नहीं पवेगा, कहना नहीं पवेगा, याद नहीं करना पवेगा। माँ क्या, अखां सामने माँ आ गई, पिता क्या, अखां सामने पिता आ गया। अवस्था इस तरह गुरु दे प्रथाए साडी बने, गुरु का स्वरूप साडे नेत्रां च इंज उतर जावे कि कोई गुरु कवे तो साडे सामने गुरु ग्रंथ साहिब महाराज का स्वरूप आ जाए। कोई गुरु कवे साडे सामने वो सारा तख्त साहिब का जिहड़ा व्यू है, उस तस्वीर जिहड़ी उस वेले साडी मैमरी विचों निकल के साडे सामने आ जाए। सिमरन करन बैठो तो बस इंज महसूस करके बैठिए कि मैं इस तरह जिवें हुण आप जी जिथे भी बैठे हो, बस इस चीज़ नूं दिमाग विच बिठा लेना भी मैं जदों भी सिमरन करना इंज ही महसूस होवे मैं संगत विच बैठा होया, ये सारे दा सारा व्यू, ये सारे दा सारा दरबार इंज ही भरिया होया है, सामने गुरु ग्रंथ साहिब महाराज का प्रकाश है। मैं एक टिक टिकी लगा के जिवें चकोर चंद नूं वेंदी है इंज गुरु ग्रंथ साहिब महाराज नूं देख रहा, मन टिकना शुरू हो जाता है, अगली अवस्था मिलनी शुरू हो जाती है। बस ये थोड़ियां थोड़ियां गल्लां छोटियां छोटियां जिहियां जिवें जिवें असीं चलदे जावांगे। देखो छत बहुत वड्डी हुंदी है, पर जिन्नी वड्डी छत हुंदी पौड़ी का डंडा ओडा वड्डा नहीं हुंदा, ते दूजी गल है जिन्नी वड्डी पौड़ी हुंदी तां भी डंडा ओडा वड्डा नहीं हुंदा। मंजिल साडी बहुत वड्डी है, असीं जिस मुकाम ते पहुंचना छत बहुत वड्डी है, पर ये छोटे छोटे डंडे ने जिन्हां ते पैर रखते जावांगे एक दिन जरूर मंजिल मिल जाएगी। तो साहब कहंदे ने दाता जी तेरे तरस दे सदका अवस्था ये बन गई, दर्शन देख जीवा गुर तेरा। जिवें साहब गुरु नानक पातशाह कहंदे ने आखा जीवा विसरै मर जाऊं, ये साडी अवस्था है। तो हुण साडे ते एक तरस कर, पूरन कर्म होए प्रभ मेरा। दाता मेरे ते एक तरस कर, जो तू कर्म मेरी जिंदगी चो करवा रहा है, एक तो बारी कर्मां दी गल, ये मेरे सही होण, मेरे पूरे कर्म होण। दूजा पूरन कर्म होए प्रभ मेरा। दाता तू जिहड़ी बंदगी मेरे तो करवाई है, ये असीं कदी दावा नहीं कर सकते कि जिहड़ी बंदगी असीं कीती है ये साडी जिहड़ी है सही होवेगी। माफ़ करियो मेरे शब्द नूं, एक अटल सच्चाई है, क्योंकि असीं जिस भी तरीके नाल कर रहे हैं कदी एक बंदा अपना तरीका जिहड़ा वो दूजे ते लागू नहीं कर सकता कि मैं इंज करदा तू भी इंज करिया कर। समझा, मैं जिवें आप जी नूं बेनती कीती है, मैं तुहाडे ते लागू नहीं कर सकदा कि तुसी इंज ही ध्यान करया करो। नहीं, ये है कि असी जो भी कर्म कर रहे हैं ना, जिवें ये एक रास्ता है, जो किसी नूं दिसदा है वो दूजे नूं दसदा है भी मैं आ वेखिया तू भी उधर जा, तैनूं भी ये कुछ दिसेगा। जिवें पंछी जिन्नी को कोई उडारी मारदा है उन्ना को नूं आसमान का आनंद मिलता है। हजूर गुर कलगीधर पातशाह कहंदे आप अपनी बुद्ध है जेती, बरनत भिन्न भिन्न तोहे तेती। ये तो आपो अपनी बुद्धि है, गुरु की कृपा है, तरस है, जिन्हें जो वेख्या जो महसूस किया। तो असी कदी नहीं कह सकते कि जेड़ा कर्म मैं कर रहा ये सही है तो जेड़ा तू कर रहा ये गलत है। तो कदी ये नहीं कह सकते कि जेड़ा तू कर रहा वो सही है तो जेड़ा मैं कर रहा गलत है। नहीं, ये तो गुरु का तरस है, उन्होंने पता है भी केड़ा सही है तो केड़ा गलत है। असल विच जिवें बच्चा एग्जाम दे रहा है तो सारे बच्चे जो लिखते हैं उत्तर आंसर दे विच सारे बच्चे कहते हैं मैं जो लिखिया सही है। एक दूजे नूं जदों विखाउणगे वो कहणगे नहीं तेरा गलत है मेरा सही है, वो कहेगा नहीं तू गलत लिखिया मैं सही लिखिया है। पर अध्यापक दसेगा भी सही कीदा ते गलत कीदा, बच्चे की निगाह च सारे ही असीं सही हाँ, वो जो भी लिखते पे ने। इस करके दाता पूर्ण कर्म होए प्रभ मेरा, तू कृपा कर। सानू नहीं पता असीं किवें जपना है, किवें ध्याउणा है, किवें पहुँचना है, जो सानू पता लगदा असीं करी जा रहे हैं, पर तू साडे ते कृपा करी, साडे कर्म सही होण। दूजा तू अपनी कृपा जिहड़ी आ पूर्ण रूप विच साडे ते कर, जिवें कदी घबराइए ना। देखो एक छोटी जी कहानी मैं शायद एक बार आप नाल साझी भी कीती होवे। दो शरीर बंदगी कर रहे ने ते उन्हां दे कोल दी कोई भला पुरख लंघिया, वैसे तो उन्होंने थोड़ी जी इतिहासक होर तरीके नाल वर्णन करते हैं भी वो कोई लंघिया नारद मुनि, तो कहंदे भी किधर जा रहे हैं, वो कहंदा मैं भगवान कोल जा रहा एक समझाउण वास्ते। वो कहंदे भी इंज करी, पहला एक बैठा सीगा, कहंदा जे तू भगवान कोल जा रहा है तो परमात्मा नूं पुछी भी थल्ले मात लोक ते तेरा एक भगत भगती कर रहा है तो उन्होंने तेरी प्राप्ति कदों होएगी। वो कहंदा ठीक है मैं जरूर पुछ के आवांगा। थोड़ा जिहा अगाह होया, दूजा जड़ा वो भी एक रुख थले बैठा भगती कर रहा,
नारद नूं पुछदा कित्थे जा रहे हैं? वो कहंदा मैं भगवान नूं मिलण जा रहा, परमेश्वर नूं। वो कहंदा भी मात लोक ते मैं बंदगी कर रहा ते भगवान नूं पुछी भी मेरा मिलाप कदों होएगा। वो कहंदा ठीक है, मैं जरूर पुछांगा। आखिर चलो वो कहानी लिखण वाला बड़ी सोहनी तस्वीर जी बना के जिक्र करदा है भी समा बीतिया, नारद वापस आया। हुण पहला बंदा पुछदा है भी पुछ के आया भगवान ने की दे क्या मेरे बारे, भी मैनूं कदों मिलाप होएगा, कदों दर्शन होणगे, कदों प्राप्ति होएगी? ते कहंदे भी नारद जी कहण लगे कि मैं पुछया सी ते भगवान ने यह कहा भी उन्हों को जेड़े रुख दे थले बैठा है उस रुख दे जिन्ने पत्ते ने वो सारे दे सारे पत्ते गिन ला, इन्ने साल जेड़े ने तैनूं लगणगे, उस तो बाद तैनूं मेरी प्राप्ति हो जाएगी। उन्हें उस वेले माला सुट्टी, कहंदा भी रुख दे पत्ते किते थोड़े ने, ये तो बहुत लम्मा चक्कर है, ये नालों तो चंगा फिर आपदा संसारी काम करो, जिवें पहला जीवन बशर हुंदा सी उवें फिर कर लैने आ, की लोड़ है फिर ये इन्ने साल जो दी उडीक करके मिलना तो फिर लैके भी की करना, कोई लोड़ नहीं बंदगी करन दी। उन्हें रोना शुरू किया, अपने कर्मां ते पछतावा किया, मैं इन्ने साल मैं समा ही गवाया है, पछतावा होया, सारा कुछ लपेट के तुरदा आया। इन्नी देर नूं नारद अगले तक पहुँचदा, कहंदा पुछ के आया भी मैनूं प्राप्ति कदों होएगी? वो कहंदा हाँ मैं तेरे बारे पुछया। भगवान ने कहा भी उन्हों को जेड़े रुख दे थले बैठा है इस रुख दे पत्ते गिन ला ते इन्ने जन्म जेड़े ने तैनूं लगणगे, उस तो बाद तैनूं प्राप्ति होएगी। कहंदे वो नच्चण लग गया, वो खुशी दे विच झूमण लग गया, वो शुक्र करन लग गया परमेश्वर दा, वो आनंद दे विच चला गया। हुण जिहड़ा सामने पहला बैठा सीगा दूर रुख थले, उहने वेखिया भी नारद इहदे कोल भी गया, हो सकदा इहदा भी मेरे वाला सवाल होवे, पर ये इन्ना नचदा क्यों पिया, इन्ना खुश क्यों है, एडा इजहार क्यों कर रहा है, जाके वेखां ते सही। ते जाके उन्होंने पुछदा है भी तू एडा खुश क्यों है? तो वह कहंदा भी मैनू भगवान ने आ सुनेहा दिता। तैनूं की सुनेहा दिता है? वो कहंदा भी मैनू भगवान ने कहा है कि तेरे जिन्ने रुख दे पत्ते ने उन्ने साल तैनूं लगणगे, मैं तां रो रहा, पर तू क्या हस रहा है? तो उन्हें कहा भी मैनू भगवान ने कहा जिन्ने इस रुख दे पत्ते ने उन्ने जन्म तैनूं लगणगे। कहंदा हद हो गई तेरे वाली, मैनू साल क्या है, मैं रोई जाना ते तैनूं जन्म क्या ते तू हसी जाना, मेरी समझ च नहीं आया। वो कहंदा भलिया पुरखा भावें इन्ने जन्म ही लग जाण, पर यह तो शुक्र है ना कि मैं उहदी लिस्ट दे विच तां हैगा वा ना। ये सब तो वड्डा शुक्र है भी उहदे ध्यान विच तां मैं हैगा। जन्मां दी की गल है, पहलां भी लखां भोग के आ गए, इन्ने होर भोग लवांगे, पर मैं उहदी लिस्ट विच हैगा वा। मैनूं सब तो वड्डी खुशी ये है कि मैनूं उहदी प्राप्ति होएगी, अज नहीं तो अगले जन्म च, अगले नहीं तो उस तो अगले च, होएगी तां जरूर ना। इस करके असीं जदों भी बंदगी सिमरन करना है, असीं ये नहीं सोचना कदी भी मैनू आ मिले जां मैनू मिलिया क्यों नहीं, मैं इन्ने दिन 40 दिन गुरु घर गया, मैनू आ प्राप्ति क्यों नहीं हुई, मैं लगातार नितनेम किया, मैनू आ प्राप्ति क्यों नहीं हुई। हजूर बाणी अंदर एक बचन कहते ने, गुरु बिना मैं ना ही होर। बचन आउंदा गुरु गुरु गुर कर मन मोर, गुरु बिना मैं ना ही होर। तू बस गुरु नू अपना आधार बना, जो गुरु आ गया सारा कुछ ही जिहड़ा वो प्राप्त हो जाता है। जिवें छोटा जी इत्थे एक होर उदाहरण आपां लै लईए, गुरु कलगीधर पातशाह जी दे कोल आनंदपुर साहिब दा दरबार सजिया, महाराज साहिब जी बैठे ने, महाराज दे कोल सारी संगत जिहड़ी ओह बैठी है। भीमचंद दा वजीर आया, उन्हें आके महाराज नूं कहा भी सतगुरु जी मैनूं भीमचंद ने भेजिया है, ते कारण यह है कि उन्हें तुहाडे घरों कुछ मंगिया है, क्योंकि वह पहला महाराज दे दर्शन करन आया सी। जदों उन्हें दर्शन किए तो उन्हें महाराज जी का सोहना दीदार करके चंदोआ साहब वेख्या, महाराज दे सीस ते झुलदा, चौर साहब दे दीदार किए, होर सारा सोहना इलाही दरबार वेख्या। वो वापस गया, उन्हें फिर इनू भेजिया अपने वजीर नूं। कहंदा महाराज उन्हें कहा भी साडे घर दे विच खुशी दा एक समागम, पुत्र दा विआह है, ते तुसीं किरपा करो ये सानू जिहड़ा चंदोआ तुहाडे कोल सोहना, एक तां चंदोआ भेज दो, दूजा महाराज तुहाडे कोल पंचकला शस्त्र है, एक वो शस्त्र भेज दिओ, फिर तीजा तुहाडे कोल प्रसादी हाथी है, वो प्रसादी हाथी भेज दिओ, होर भी तुहाडे कोल जो जो सोहणियां चीज़ां ने वो भेज दिओ, जो तुहाडे इर्द गिर्द मैं निगाह मार के गया वां, ये सारा कुछ मैनूं भेज दिओ ताकि विआह दे विच मेरी शोभा ज़्यादा हो सके। अपना सुभाव हुंदा है ना भी आपां अड्डियां चुक के फाह लैंदे हुंदे कई बार भी इहदे तो भी मंग के आ चीज़ विखा दो, जिहड़े 4 दिन रिश्तेदार इकट्ठे होने इहदे तो मंग के चीज़ विखा दो, लोकां नूं इह लगे भी इहदे कोल है बड़ा कुछ, पर जदों विआह खत्म हो जाता उदों बाद जीदियां हुंदियां चुक के लै जांदा, घर फिर खाली दा खाली पिया हुंदा है। खैर महाराज नूं कहण लगे भी मैं दुनिया ते ना बड़े मूर्ख बंदे वेखे, पर भीमचंद वर्गा मूर्ख नहीं वेख्या मैं कदी।
तो वज़ीर बड़ा हैरान होया भी महाराज वो तो एडा सियाणा राजा, प्रजा उहदे सोले गाउंदी है भी एडा सियाणा, एडी उच्ची सुच्ची मत वाला, इन्ना तेज तरार दिमाग वाला बंदा, तुसीं कह रहे हो मूर्ख है। सब कहंदे भी वो आया साडे दर्शन कीते ते मंग रहा प्रसादी हाथी। प्रसादी हाथी कित्थे खड़ा है? कहंदा महाराज तुहाडे पिछले पासे खड़ा है, तुहाडे ते चौर करदा। वो प्रसादी हाथी महाराज ते चौर भी करया करदा सी। सब कहंदे चंदोआ साहब कित्थे लगा है? वजीर कह रहा महाराज तुहाडे सीस दे उपर लगा होया। चौर कित्थे? महाराज तुहाडे सीस ते झुलदा पिया। पंचकला शस्त्र कित्थे? महाराज तुहाडे सज्जे हत्थ पिया होया। ते सारा कुछ महाराज जी सवाल करते गए। तो सब कहंदे हुण तूं दस भी जदों आया उन्होंने पंचकला शस्त्र दिस गया, उन्होंने मेरे मगर खड़ा होया प्रसादी हाथी दिस गया, उन्होंने मेरे सीस ते झुलदा चंदोआ साहब लगा होया दिस गया, कोल पिया पंचकला शस्त्र दिस पिया, उन्होंने गुरु गोबिंद सिंह नहीं दिसिया। सब कहंदे जे किते उन्होंने गुरु गोबिंद सिंह महाराज दिस पिया हुंदा तो उन्हें फिर ये नहीं सी कहना मैनू प्रसादी हाथी दे दो, उन्हें ये सुनेहा भेजना सी गुरु गोबिंद सिंह साहिब महाराज मेरे पुत्र दा विआह तुसीं मेरे घरे आओ। तो जदों मैं उहदे घरे जाना सी ते महाराज कहंदे प्रसादी हाथी भी मेरे नाल ही तुरिया जाना सी, चंदोआ भी मेरे नाल ही जाना सी, चौर साहब भी नाल ही जाना सी। सोहणे दरबार की एक एक चीज़ साडे नाल जानी सीगी। भला हुंदा जो सानू सददा ते सारा कुछ ही साडे नाल आ जाना सी, पर उस मूर्ख ने चीज़ां मंग लियां पर गुरु नूं नहीं सद्दिया, नहीं मिलणगियां। भाव यह है जदों असीं रोखी मंग लैंदे आ फिर सानू पत्ते फुल फल टाहणियां सारा कुछ प्राप्त हो जाता है। तो महाराज सानू यही समझाउंदे ने कि गुरु गुरु गुर कर मन मोर, गुरु बिना मैं ना ही होर। पूर्ण कर्म होए प्रभ मेरा, कि दाता तू तरस कर, अपनी किरपा अपनी मेहर जिहड़ी है वो साडे ते वरता, फिर पूर्ण कर्म होए प्रभ मेरा। एक साडे ते तरस कर, वो मेरा प्रभु जिहड़ा है वो मेरा हो जावे। है तो वो मेरा ही है, ये नहीं कि वो मेरा नहीं है। साहिब दी बाणी च एक बचन आउंदा है, जे तैं रब विसारियो तो रब ना विसरियो हे। जे तू रब नूं विसार दिता है तो इहदा मतलब ये थोड़ी रब ने तैनूं विसारता है। जे हुण सतगुरु गुरु गोबिंद सिंह साहिब महाराज जी नूं बेदावा लिखण वालियां ने लिख के कह दिता है कि तू साडा गुरु नहीं तो असीं तेरे सिख नहीं, पर गुरु गोबिंद सिंह महाराज ने तो नहीं कहा ना भी तुसीं मेरे सिख नहीं तो मैं तुहाडा गुरु नहीं। असीं गुरु नूं विसारिया होएगा, गुरु ने नहीं सानू विसारिया। पर इत्थे ये भी अर्थ आपां कर सकते हैं कि सतगुरु साडे ते तरस कर कि होए प्रभ मेरा वो पूर्ण कर्म, जिहड़ी तेरी किरपा वाला पूरा कर्म है वो किरपा वरताउण वाला गुरु जिहड़ा वो मेरा हो जावे। अब है वो मेरा, पर मैनूं अज तक समझ नहीं आई भी गुरु मेरा है। साडी जिंदगी च दुख आ जाए असीं कहने रब भी वैरी बन गया, रब भी दुश्मन बन गया, हुण ते रब भी साडे नाल वैर कड्ढण ते आ गया। पर नहीं दाता, साडी इस मत नूं समझ आवे कि तू साडा है ते तू कदी भी साडा बुरा जड़ा वो नहीं चाहुंदा। ये किरपा कर साडे ते मेहरामत कर, सानू समझ आवे। यह बेनंती सुण प्रभ मेरे, ऐ मेरे प्रभु एक बेनती है तेरे चरनां च। उपर ये सी दर्शन देख जीवा गुर तेरा। हुण रहाऊ दियां पंक्तियां ने महाराज कहंदे ये भी एक साडी बेनती है, वो तू सुननी कर की है। देह नाम कर अपने चेहरे, दाता सानू नाम दे। बाकी तो सारा कुछ जिहड़ा अपने आप ही आ जाना है। असल च असी पत्ते फुल फल मंगी गए, पर असी कदी रुख ना मंगिया। जां भीमचंद वाली खेड अज साडे नाल भी है, असी नाम नहीं मंगते। तो सच्चाई ये है, असी सारे कहने नाम दे विचों ही सब कुछ मिलना। साचे साहिबा क्या ना ही करते रह, उहदे घर च सारा कुछ है, पर मिलेगा कदों? जदों नाम की प्राप्ति होएगी। नाम प्राप्ति दे वास्ते कदी अरदास करी, फिर असी एक ढेरी जिंदगी च ढाई हुई है, बहाने ये बनाए गुरु कृपा करेगा नाम की दात प्राप्त हो जाएगी, गुरु कृपा करेगा असी जप लवांगे, गुरु कृपा करेगा आ होवेगा। तो मैं कई बार कहना भी बाकी तो असी जो कुछ करते हैं सारा दिन, असी जो लैन देन दुनिया ना करते, असी कदी नहीं कहते गुरु कृपा करेगा मैं उठ के सवेरे काम ते चला जावांगा। नहीं, वो तो सवेरे उठदियां भज दौड़ पै जाती है। हर काम दे विच असी अपने आप नूं मोढी बनाउणे आ, पर जदों गल नाम दी सिमरन दी अमृत वेले दी बाणी दी गुरु वाले बनन दी आउंदी सी, कहने गुरु कृपा करेगा। चलो मैं हर बार ये गल नूं थोड़ा इंज कहना हुन्ना, जे असी मन लीए भी गुरु कृपा करेगा तां साडे नाल इंज होना है, तो सच्चाई है। पर यह मान लीए भी सानू इन्नी सोझी हैगी आ कि सानू पता लग गया भी मेरे ते गुरु की कृपा नहीं हैगी। नहीं, आपां नूं नहीं पता। इस चीज़ नूं प्राप्त करन वास्ते समझण वास्ते भी बड़ी उच्ची अवस्था चाहिदी है। जिवें थोड़ा जिहा नूं मैं इंज क्लीयर करां,
ਆਪਾਂ ਨੂੰ ਭੁੱਖ ਲੱਗਦੀ ਹੈ, ਤੇ ਭੁੱਖ ਲੱਗੀ ਹੈ ਇਸ ਗੱਲ ਨੂੰ ਸਮਝਣ ਵਾਸਤੇ ਵੀ ਦਿਮਾਗ ਚਾਹੀਦਾ। ਹੁਣ ਇੱਕ ਬੰਦਾ ਕੋਮਾ ਵਿੱਚ ਪਿਆ ਹੈ, ਸਾਹ ਉਹਦੇ ਚੱਲਦੇ ਪਏ ਨੇ, ਅੱਖਾਂ ਝਪਕਦਾ ਹੈ, ਹਰਕਤ ਕਰਦਾ ਹੈ, ਪਰ ਉਹਨੂੰ ਸੁੱਝ ਕੋਈ ਨਹੀਂ ਹੈਗੀ। ਨਾ ਉਹਨੂੰ ਭੁੱਖ ਦਾ ਪਤਾ ਹੈ, ਨਾ ਉਹਨੂੰ ਪਿਆਸ ਦਾ ਪਤਾ ਹੈ, ਨਾ ਉਹਨੂੰ ਸਾਹਮਣੇ ਵਾਲੇ ਦਾ ਪਤਾ ਹੈ ਤੇ ਉਹ ਵੀ ਇਨਸਾਨ ਹੈ, ਸਾਹ ਤੇ ਉਹ ਵੀ ਲੈ ਰਿਹਾ। ਭਾਵ ਇਹ ਹੈ ਸਾਨੂੰ ਭੁੱਖ ਲੱਗੀ ਹੈ, ਇਸ ਚੀਜ਼ ਨੂੰ ਸਮਝਣ ਵਾਸਤੇ ਵੀ ਤਾਂ ਅੰਦਰ ਅਕਲ ਚਾਹੀਦੀ ਹੈ, ਦਿਮਾਗ ਚਾਹੀਦਾ, ਹਰਕਤ ਚਾਹੀਦੀ ਹੈ। ਸਾਡੇ ਕਰਮ ਚੰਗੇ ਨਹੀਂ ਜਾਂ ਸਾਨੂੰ ਪ੍ਰਾਪਤੀ ਨਹੀਂ ਹੋਣੀ ਜਾਂ ਅਸੀਂ ਕਰਮਾਂ ਕਰਕੇ ਅਸੀਂ ਮਾੜੇ, ਇਸ ਚੀਜ਼ ਨੂੰ ਸਮਝਣ ਵਾਸਤੇ ਵੀ ਉੱਚੀ ਅਵਸਥਾ ਚਾਹੀਦੀ। ਮੇਰੇ ਕਰਮਾਂ ਵਿੱਚ ਨਾਮ ਨਹੀਂ, ਇਹ ਆਪਣੇ ਕਰਮਾਂ ਨੂੰ ਅਸੀਂ ਕਿਵੇਂ ਜਾਣਨ ਲੱਗ ਗਏ। ਇਹ ਥੋੜ੍ਹਾ ਜਿਹਾ ਮੈਂ ਇੰਝ ਕਹਿ ਰਿਹਾ ਵੀ ਆਪਣੇ ਕਰਮਾਂ ਨੂੰ ਜੇ ਅਸੀਂ ਸਮਝਣ ਲੱਗ ਗਏ ਤੇ ਫਿਰ ਤਾਂ ਅਸੀਂ ਬੜੀ ਉੱਚੀ ਅਵਸਥਾ ਵਾਲੇ ਹੋ ਗਏ ਨਾ। ਕਿਉਂਕਿ ਸਾਹਿਬ ਕਹਿੰਦੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਸਾਨੂੰ ਪਤਾ ਹੀ ਨਹੀਂ ਸਾਡੇ ਕਰਮ ਕੀ ਨੇ। ਆਪਣੇ ਕਰਮਾਂ ਨੂੰ ਸਮਝਣ ਵਾਸਤੇ ਵੀ ਜੇ ਅਸੀਂ ਸਮਝ ਗਏ ਮਤਲਬ ਸਾਡੀ ਬੜੀ ਉੱਚੀ ਅਵਸਥਾ ਹੈ, ਪਰ ਇਹ ਹੈ ਨਹੀਂ ਆ। ਇਹ ਤਾਂ ਆਪਣੇ ਆਪ ਨਾਲ ਧੋਖਾ ਹੈ। ਜਿੰਨਾ ਮਰਜ਼ੀ ਕਰੀ ਜਾਈਏ, ਸਾਰੇ ਜਨਮ ਕਰੀ ਜਾਈਏ ਵੀ ਮੇਰੇ ਕਰਮਾਂ 'ਚ ਆ ਨਹੀਂ ਹੈਗਾ, ਉਹ ਨਹੀਂ ਹੈਗਾ। ਦੂਜਾ ਸਟੈਪ ਇਹ ਹੈ, ਚਲੋ ਮੰਨ ਲਈਏ ਜੇ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਕਰਮਾਂ 'ਚ ਇਹ ਚੀਜ਼ ਨਹੀਂ ਹੈਗੀ, ਵੈਸੇ ਤਾਂ ਗੁਰੂ ਨੂੰ ਪਤਾ ਵੀ ਹੈਗੀ ਹੈ ਜਾਂ ਨਹੀਂ ਹੈਗੀ, ਪਰ ਚਲੋ ਮੈਂ ਭੁਲੇਖੇ ਦੇ ਵਿੱਚ ਸਮਝ ਲਿਆ ਵੀ ਮੇਰੇ ਕਰਮਾਂ 'ਚ ਨਹੀਂ ਹੈਗੀ, ਤਾਂ ਫਿਰ ਅਸੀਂ ਬੀਬੀ ਸੁਲੱਖਣੀ ਵਾਲੀ ਖੇਡ ਕਿਉਂ ਨਹੀਂ ਖੇਡਦੇ ਕਿ ਗੁਰੂ ਹਰਗੋਬਿੰਦ ਮਹਾਰਾਜ ਦੇ ਅੱਗੇ ਖੜੀ ਹੋ ਕੇ ਕਹਿ ਦਿੱਤਾ ਨਾ ਕਿ ਮਹਾਰਾਜ ਜੇ ਤੁਸੀਂ ਕਹਿ ਰਹੇ ਹੋ ਕਿ ਤੇਰੇ ਕਰਮਾਂ 'ਚ ਪੁੱਤਰ ਨਹੀਂ ਹੈਗਾ, ਤੇ ਬਾਬਾ ਫਿਰ ਇੱਕ ਗੱਲ ਦੱਸ, ਲਿਖਣਾ ਤੇ ਉੱਥੇ ਵੀ ਤੂੰ ਸੀ ਤੇ ਲਿਖਣਾ ਇੱਥੇ ਵੀ ਤੂੰ ਹੈ। ਫਿਰ ਜੇ ਉੱਥੇ ਨਹੀਂ ਉਹ ਲਿਖਿਆ ਤੇ ਇੱਥੇ ਲਿਖ ਦੇ। ਫਿਰ ਜੇ ਸਾਨੂੰ ਇੰਨਾ ਪਤਾ ਲੱਗ ਹੀ ਗਿਆ ਵੀ ਸਾਡੇ ਕਰਮਾਂ 'ਚ ਨਾਮ ਨਹੀਂ ਹੈਗਾ, ਸਾਡੇ ਕਰਮਾਂ 'ਚ ਸਿੱਖੀ ਨਹੀਂ ਹੈਗੀ, ਤੇ ਅਸੀਂ ਕਾਪੀ ਪੈਨ ਚੁੱਕ ਕੇ ਮਹਾਰਾਜ ਅੱਗੇ ਕਿਉਂ ਨਹੀਂ ਖੜਦੇ ਫਿਰ ਵੀ ਬਾਬਾ ਜੇ ਨਹੀਂ ਲਿਖਿਆ ਤੇ ਹੁਣ ਲਿਖ ਦੇ, ਹੁਣ ਕਿਹੜਾ ਸਮਾਂ ਲੰਘ ਗਿਆ, ਡੁੱਲੇ ਬੇਰਾਂ ਦਾ ਕੀ ਵਿਗੜਿਆ, ਫਿਰ ਹੁਣ ਲਿਖ ਦੇ। ਪਰ ਅਸੀਂ ਚਾਹੁੰਦੇ ਹੀ ਨਹੀਂ ਵੀ ਸਾਡੀ ਜ਼ਿੰਦਗੀ 'ਚ ਇਹ ਕਰਮ ਲਿਖਿਆ ਜਾਵੇ, ਸਾਡੀ ਜ਼ਿੰਦਗੀ 'ਚ ਨਾਮ ਆਵੇ, ਸਾਡੀ ਜ਼ਿੰਦਗੀ ਵਿੱਚ ਉੱਚੀ ਅਵਸਥਾ ਆਵੇ। ਕਿਉਂ? ਕਿਉਂਕਿ ਜਦੋਂ ਉੱਚੀ ਅਵਸਥਾ ਆ ਗਈ ਫਿਰ ਆ ਸੰਸਾਰ ਦੇ ਆ ਜਿਹੜੇ ਰੰਗ ਤਮਾਸ਼ੇ ਨੇ ਇਹ ਵੇਖਣ ਤੋਂ ਅਸੀਂ ਪਾਸੇ ਹੋ ਜਾਵਾਂਗੇ। ਤੇ ਅਸੀਂ ਤਾਂ ਚਾਹੁੰਦੇ ਹੀ ਇਹ ਵੇਖਣਾ ਸਾਰਾ ਸੰਸਾਰ। ਜਦੋਂ ਉੱਚੀ ਅਵਸਥਾ ਆ ਗਈ ਉਦੋਂ ਸ਼ਾਇਦ ਸਾਨੂੰ ਸੰਸਾਰ ਦੇ ਨਾਲ ਇੰਨਾ ਲਗਾਵ ਨਾ ਰਹਿ ਜਾਵੇ, ਤੇ ਆਪਾਂ ਚਾਹੁੰਦੇ ਨਹੀਂ ਵੀ ਅਸੀਂ ਸੰਸਾਰ ਨਾਲੋਂ ਟੁੱਟੀਏ। ਸੋ ਇਹ ਕਹਾਣੀ ਹੈ ਸਾਰੀ ਦੀ ਸਾਰੀ, ਜਿਸ ਕਰਕੇ ਸ਼ਾਇਦ ਅਸੀਂ ਨਾਮ ਨਹੀਂ ਮੰਗਦੇ ਪਏ। ਤਾਂ ਸਾਹਿਬ ਕਹਿੰਦੇ ਨੇ ਦਾਤਾ ਤੇਰੇ ਚਰਨਾਂ 'ਚ ਇੱਕ ਅਰਦਾਸ ਬੇਨਤੀ ਜੋਦਰੀ, ਸਾਨੂੰ ਆਪਣਾ ਨਾਮ ਦੇ, ਤੇ ਨਾਮ ਦੇ ਕੇ ਸਾਨੂੰ ਆਪਣੇ ਕਰ ਲਾ, ਆਪਣੇ ਸੇਵਕ ਕਰ ਲਾ, ਆਪਣੇ ਦਾਸ ਕਰ ਲਾ, ਆਪਣੇ ਚਰਨਾਂ ਦੇ ਭੌਰੇ ਕਰ ਲੈਣਾ ਕਰ ਰਹਾਓ। ਠਹਿਰਾਓ ਦੇ ਕੇ ਕਿਰਪਾ ਕਰ ਦੇ, ਆਪਣੀ ਸਾਰਣ ਰਾਖ ਪ੍ਰਭ ਦਾਤੇ। ਦਾਤਾ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਾ, ਤਰਾਹੇ ਤਰਾਹੇ ਕਰ ਸਰਣੀ ਆਏ, ਰੱਖ ਹੋ ਰੱਖਣ ਹਾਰੇ। ਆਪਣੀ ਸ਼ਰਨ ਵਿੱਚ ਰੱਖ। ਤੇ ਹੁਣ ਸ਼ਰਨ ਵਿੱਚ ਰੱਖਣ ਦਾ ਕੀ ਅਰਥ ਹੈ? ਕਿ ਸਾਰਾ ਦਿਨ ਤੂੰ ਸਾਨੂੰ ਆਪਣੇ ਦਰਬਾਰ 'ਚ ਹੀ ਬਿਠਾ ਰੱਖੀ। ਚਲੋ ਇਹ ਉਹਦਾ ਤਰਸ ਹੈ, ਜੇ ਕਰ ਦਵੇ ਇਹ ਵੀ ਮਾੜਾ ਨਹੀਂ ਵੀ ਅਸੀਂ ਸਾਰਾ ਦਿਨ ਮਹਾਰਾਜ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠੇ ਰਹੀਏ। ਪਰ ਆਪਾਂ ਕਾਰੋਬਾਰੀ ਹਾਂ, ਕੰਮ ਕਰਨੇ ਨੇ, ਦੁਨੀਆ 'ਤੇ ਵਿਚਰਨਾ ਹੈ, ਕਾਰੋਬਾਰ ਕਰਨੇ ਨੇ, ਕਿਰਤ ਕਰਨੀ ਹੈ। ਹੁਣ ਸਾਰਾ ਦਿਨ ਜੇ ਮਹਾਰਾਜ ਦੇ ਕੋਲ ਬੈਠੇ ਰਵਾਂਗੇ ਕਿਰਤ ਵੀ ਤਾਂ ਕਰਨੀ ਹੈ। ਭਾਵੇਂ ਚਲੋ ਉਹਦੇ 'ਤੇ ਸ਼ੰਕਾ ਵੀ ਲੋਕ ਕਰਦੇ, ਲਓ ਜੀ ਇਹ ਤਾਂ ਤੋੜਨ ਵਾਲੀ ਗੱਲ ਹੋ ਗਈ, ਪਰ ਨਹੀਂ। ਆਪਣੀ ਸ਼ਰਨ ਰਾਖ ਪ੍ਰਭ ਦਾਤੇ ਦਾ ਭਾਵ ਦਾਤਾ ਤੇਰੇ ਚਰਨਾਂ 'ਚ ਅਰਦਾਸ ਇਹ ਹੈ, ਅਸੀਂ ਜਿੱਥੇ ਵੀ ਬੈਠੇ ਹੋਈਏ, ਅਸੀਂ ਕੋਈ ਵੀ ਕਿਰਤ ਕਰਦੇ ਹੋਈਏ, ਸਾਨੂੰ ਇੰਝ ਮਹਿਸੂਸ ਹੋਵੇ ਕਿ ਮੈਂ ਜੋ ਕਰ ਰਿਹਾ ਮੇਰਾ ਗੁਰੂ ਮੇਰੇ ਕੋਲ ਬੈਠਾ ਮੈਨੂੰ ਵੇਖਦਾ ਪਿਆ। ਇਹ ਹੈ ਮਹਾਰਾਜ ਦੀ ਸ਼ਰਨ ਮੰਨਣੀ ਕਿ ਜਿੱਥੇ ਵੀ ਅਸੀਂ ਬੈਠੇ ਹਾਂ, ਕਿਤੇ ਵੀ ਅਸੀਂ ਬੈਠੇ ਹਾਂ, ਅਸੀਂ ਕਦੀ ਭੁੱਲੀਏ ਨਾ। ਜਿਵੇਂ ਭਾਈ ਜੋਗਾ ਸਿੰਘ ਇਹ ਸੋਚਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਨੰਦਪੁਰ ਬੈਠੇ ਹੋਏ ਨੇ ਤੇ ਮੈਂ ਇੱਥੇ ਖੜਾ ਹੋਇਆ, ਗੁਰੂ ਨੂੰ ਕੀ ਪਤਾ ਜੇ ਮੈਂ ਵੇਸਵਾ ਦੀਆਂ ਪੌੜੀਆਂ ਚੜ੍ਹ ਵੀ ਜਾਵਾਂਗਾ ਤਾਂ। ਪਰ ਨਹੀਂ, ਇਹ ਪਤਾ ਹੋਣਾ ਚਾਹੀਦਾ ਵੀ ਮੈਂ ਜਿੱਥੇ ਵੀ ਬੈਠਾ ਹਾਂ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੁਝ ਤੇ ਕਹਾਂ ਛੁਪਾਵੈ। ਕਿ ਮੈਂ ਆਸਾ ਪਾਸਾ ਨਿਗਾਹ ਮਾਰ ਲੈਂਦਾ ਬੰਦਾ ਵੀ CCTV ਤਾਂ ਨਹੀਂ ਲੱਗੇ, ਕੋਈ ਵੇਂਦਾ ਤੇ ਨਹੀਂ ਪਿਆ, ਕੋਈ ਹੈਗਾ ਤੇ ਨਹੀਂ ਨੇੜੇ, ਪਰ ਤੁਝ ਤੇ ਕਹਾਂ ਛੁਪਾਵੈ, ਤੇਰੇ ਤੋਂ ਕਿੱਥੇ ਛੁਪਾ ਲਵਾਂਗੇ, ਤੂੰ ਤੇ ਹਰ ਵੇਲੇ ਨਾਲ ਤੁਰਿਆ ਫਿਰਦਾ। ਪਰਛਾਵਾਂ ਵੀ ਕਈ ਵਾਰ ਛਾਂ ਦੇ ਵਿੱਚ ਆ ਕੇ ਸਾਥ ਛੱਡ ਦਿੰਦਾ, ਤੂੰ ਤਾਂ ਪਰਛਾਵਿਆਂ ਤੋਂ ਵੀ ਅਗਾਂਹ ਹੋਇਆ ਪਿਆ। ਨਾ ਤੂੰ ਹਨੇਰੇ 'ਚ ਸਾਥ ਛੱਡੇ, ਨਾ ਤੂੰ ਸਵੇਰੇ 'ਚ ਸਾਥ ਛੱਡੇ, ਤੂੰ ਤੇ ਪਰਛਾਵਿਆਂ ਤੋਂ ਵੀ ਅਗਾਂਹ ਹੋਇਆ ਪਿਆ। ਭਗਤ ਰਵਿਦਾਸ ਜੀ ਕਹਿੰਦੇ ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਏ, ਤੂੰ ਤੇ ਸਾਡੇ ਹੱਥ ਨਾਲ ਵੀ ਨੇੜੇ ਹੋਇਆ ਪਿਆ, ਪਰ ਅਸੀਂ ਕਦੀ ਇਸ ਗੱਲ ਨੂੰ ਮਹਿਸੂਸ ਹੀ ਨਹੀਂ ਕੀਤਾ ਗਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਕੋਲ ਝੰਡਾ ਬਾਡੀ ਆਇਆ ਤੇ ਉਹਨੇ ਮਹਾਰਾਜ ਨੂੰ ਇਹ ਕਿਹਾ ਸੀ ਨਾ ਕਿ ਸਤਿਗੁਰੂ ਜਦੋਂ ਸਿਮਰਨ ਕਰਦਾ ਜਾਂ ਬਾਣੀ ਪੜ੍ਹਦਾ ਮਨ ਨਹੀਂ ਟਿਕਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁਣ ਪੜ੍ਹ ਖਾਂ। ਉਹਨੇ ਉਸੇ ਵੇਲੇ ਚੌਂਕੜਾ ਮਾਰਿਆ,
ਉਹਨੇ ਸਿਮਰਨ ਕਰਨਾ ਸ਼ੁਰੂ ਕੀਤਾ ਜਾਂ ਬਾਣੀ ਪੜ੍ਹਨੀ। ਇਤਿਹਾਸ ਨੇ ਕੋਈ ਇੱਥੇ ਕਲੀਅਰ ਨਹੀਂ ਲਿਖਿਆ, ਇੰਨਾ ਲਿਖਿਆ ਮਹਾਰਾਜ ਨੇ ਉਹਨੂੰ ਬਿਠਾਇਆ ਕਿ ਹੁਣ ਜਪ। ਉਹਨੇ ਜਪਣਾ ਸ਼ੁਰੂ ਕੀਤਾ। ਕਿੰਨਾ ਸਮਾਂ ਲੰਘ ਗਿਆ ਅਤੇ ਗੁਰੂ ਨਾਨਕ ਪਾਤਸ਼ਾਹ ਕੋਈ ਪਹਿਰਾਂ ਦੀ ਗੱਲ ਪਹਿਰਾਂ 'ਤੇ ਚਲੀ ਗਈ। ਮਹਾਰਾਜ ਹਿਲਾ ਕੇ ਕਹਿੰਦੇ ਨੇ ਵੀ ਤੂੰ ਕੀ ਕਹਿੰਦਾ ਸੀ ਮੇਰਾ ਮਨ ਨਹੀਂ ਟਿਕਦਾ ਅਤੇ ਹੁਣ ਤੂੰ ਅੱਖਾਂ ਹੀ ਨਹੀਂ ਖੋਲ੍ਹਦਾ ਪਿਆ, ਕੀ ਤੂੰ ਝੂਠ ਬੋਲ ਰਿਹਾ ਸੀ? ਕਹਿੰਦਾ ਨਹੀਂ ਮਹਾਰਾਜ ਮੈਂ ਝੂਠ ਨਹੀਂ ਬੋਲਿਆ, ਪਰ ਪਤਾ ਨਹੀਂ ਕੀ ਹੋਇਆ ਜਦੋਂ ਮੈਂ ਹੁਣ ਤੁਹਾਡੇ ਸਾਹਮਣੇ ਬਹਿ ਕੇ ਜਪਦਾ ਪਿਆ ਵਾਂ, ਮਹਾਰਾਜ ਰਸ ਹੀ ਇੰਨਾ ਆ ਰਿਹਾ, ਆਨੰਦ ਹੀ ਇੰਨਾ ਆ ਰਿਹਾ, ਛੱਡਣ ਨੂੰ ਜੀਅ ਨਹੀਂ ਸੀ ਕਰਦਾ ਪਿਆ। ਮਹਾਰਾਜ ਕਹਿੰਦੇ ਤੈਨੂੰ ਕੁਝ ਸਮਝ ਆਇਆ? ਕਹਿੰਦਾ ਨਹੀਂ ਮਹਾਰਾਜ ਸਮਝ ਤਾਂ ਨਹੀਂ ਆਇਆ। ਸਾਹਿਬ ਕਹਿੰਦੇ ਅਸਲ 'ਚ ਇਹ ਹੈ, ਹੁਣ ਤੂੰ ਸਾਡੇ ਸਾਹਮਣੇ ਬੈਠਾ ਸੀ, ਤੂੰ ਇਹ ਮੰਨ ਕੇ ਬੈਠਾ ਮੈਂ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਬੈਠਾ, ਗੁਰੂ ਨਾਨਕ ਦੀ ਗੋਦ ਵਿੱਚ ਬੈਠਾ, ਅਸੀਂ ਤੇਰੇ ਸਾਹਮਣੇ ਬੈਠੇ ਹੋਏ ਹਾਂ, ਇਸ ਕਰਕੇ ਤੈਨੂੰ ਟਿਕਾ ਬਣਦਾ ਪਿਆ। ਅਤੇ ਜਦੋਂ ਤੂੰ ਘਰੇ ਬਹਿ ਕੇ ਜਪਦਾ ਉਦੋਂ ਤੈਨੂੰ ਇਹ ਲੱਗਦਾ ਗੁਰੂ ਨਾਨਕ ਤੇ ਕਰਤਾਰਪੁਰ ਬੈਠਾ ਹੋਇਆ ਅਤੇ ਮੈਂ 1000 ਕਿਲੋਮੀਟਰ ਦੂਰ ਬੈਠਾ ਹਾਂ, ਸਾਡਾ ਤਾਂ ਫਾਸਲਾ ਹੀ ਬੜਾ ਹੈ। ਉਦੋਂ ਨਹੀਂ ਧਿਆਨ ਟਿਕੇਗਾ, ਨਹੀਂ ਆਨੰਦ ਆਵੇਗਾ। ਸਾਹਿਬ ਕਹਿੰਦੇ ਜਿੱਥੇ ਵੀ ਜਪਣਾ ਹੀ, ਭਾਵੇਂ ਘਰੇ ਬਹਿ ਕੇ ਜਪ, ਭਾਵੇਂ ਧਰਮਸ਼ਾਲਾ ਵਿੱਚ ਜਪੀ, ਬਸ ਇੰਝ ਮਹਿਸੂਸ ਕਰੀ ਕਿ ਸਤਿਗੁਰੂ ਗੁਰੂ ਨਾਨਕ ਮੇਰੇ ਸਾਹਮਣੇ ਬੈਠਾ ਹੈ, ਮੈਂ ਗੁਰੂ ਨਾਨਕ ਦੇ ਸਾਹਮਣੇ ਬੈਠਾ, ਮਹਾਰਾਜ ਦੀ ਹਜ਼ੂਰੀ 'ਚ ਚੌਂਕੜਾ ਮਾਰਿਆ ਅਤੇ ਮੈਂ ਜਪਦਾ ਪਿਆ ਵਾਂ, ਆਪਣੇ ਆਪ ਟਿਕੇਗਾ। ਅਤੇ ਇਹ ਬਿਲਕੁਲ ਸੱਚਾਈ ਹੈ। ਜਦੋਂ ਆਪਾਂ ਇੱਥੇ ਬਹਿ ਕੇ ਬਾਣੀ ਪੜ੍ਹਦੇ ਹਾਂ ਮਹਾਰਾਜ ਦੀ ਹਜ਼ੂਰੀ 'ਚ, ਕਿਸੇ ਵੀ ਗੁਰੂ ਘਰ 'ਚ ਅਸੀਂ ਮਹਾਰਾਜ ਦੇ ਸਾਹਮਣੇ ਬਹਿ ਕੇ ਬਾਣੀ ਪੜ੍ਹਦੇ, ਆਪਾਂ ਨੂੰ ਟਿਕਾ ਆਉਂਦਾ ਵੀ ਅਸੀਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹਾਂ। ਅਤੇ ਜਦੋਂ ਅਸੀਂ ਘਰੇ ਪੜ੍ਹਦੇ ਹਾਂ ਉਦੋਂ 2 ਪੰਕਤੀਆਂ ਪੜ੍ਹ ਲਈਆਂ ਅਤੇ ਨੂੰਹ ਨੂੰ ਕੰਮ ਦੱਸ ਦਿੱਤਾ, 2 ਪੰਕਤੀਆਂ ਪੜ੍ਹ ਲਈਆਂ ਅਤੇ ਚਾਹ ਮੰਗਾ ਲਈ, 1 ਬਾਣੀ ਪੜ੍ਹ ਲਈ ਅਤੇ ਉੱਧਰ ਧਿਆਨ ਦੇ ਲਿਆ, ਉਦੋਂ ਸਾਨੂੰ ਲੱਗਦਾ ਸੀ ਅਤੇ ਘਰੇ ਟੱਬਰ ਦੇ ਵਿੱਚ ਹੀ ਬੈਠੇ ਹੋਏ ਹਾਂ। ਇਸੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਕਿ ਦਾਤਾ ਸਾਨੂੰ ਇਸ ਤਰ੍ਹਾਂ ਆਪਣੀ ਸ਼ਰਨ ਦੇ ਵਿੱਚ ਰੱਖ ਕਿ ਅਸੀਂ ਜਿੱਥੇ ਵੀ ਹੋਈਏ ਸਾਡੇ ਅੰਦਰ ਤੇਰਾ ਭੈ ਹੋਣਾ ਚਾਹੀਦਾ। ਸਾਨੂੰ ਇਹ ਹੋਣਾ ਚਾਹੀਦਾ ਅਸੀਂ ਜਿੱਥੇ ਵੀ ਬੈਠੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ, ਮਹਾਰਾਜ ਦੀ ਚਰਨ ਸ਼ਰਨ ਵਿੱਚ ਬੈਠੇ ਹਾਂ। ਪਰ ਅੱਗੇ ਹੀ ਮਹਾਰਾਜ ਕਹਿ ਰਿਹਾ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ, ਪਰ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਕਿਸੇ ਵਿਰਲੇ ਨਹੀਂ ਜਾਣਿਆ। ਨਹੀਂ ਤਾਂ ਸਾਡੀ ਤਾਂ ਹਾਲਤ ਇਹ ਹੈ ਨਾ, ਅਸੀਂ 4 ਦੀਵਾਰੀ ਤੋਂ ਬਾਹਰ ਨਹੀਂ ਹੋਏ ਅਤੇ ਅਸੀਂ ਕਹਿੰਦੇ ਵੀ ਅਸੀਂ ਤਾਂ ਦਰਬਾਰ ਤੋਂ ਬਾਹਰ ਹਾਂ। ਆਪ ਵੀ ਮੈਂ ਕਈ ਵਾਰ ਇੱਕ ਗੱਲ ਕਰਦਾ ਹੁੰਦਾ ਕਿ ਅਸੀਂ ਗੁਰੂ ਘਰ ਦੇ ਅੰਦਰ ਬੈਠੇ ਹੋਈਏ ਨਾ, ਅੰਦਰ ਕੋਈ ਗੱਲ ਚੱਲਦੀ ਹੋਵੇ ਅਤੇ ਕੋਈ ਬਹਿਸ ਬਸਾਈ ਹੁੰਦੀ ਹੋਵੇ, ਕੋਈ ਗੱਲ 'ਤੇ ਵਿਚਾਰ ਹੋ ਰਹੇ, ਆਪਾਂ ਕਹਿੰਦੇ ਦੇਖੋ ਮੈਂ ਮਹਾਰਾਜ ਦੇ ਸਾਹਮਣੇ ਬੈਠਾ, ਮੈਂ ਝੂਠ ਨਹੀਂ ਬੋਲਾਂਗਾ। ਇਹਦਾ ਮਤਲਬ ਇਹ ਹੈ ਵੀ ਤੂੰ ਜਿੰਨਾ ਚਿਰ ਮਹਾਰਾਜ ਦੇ ਸਾਹਮਣੇ ਤੂੰ ਝੂਠ ਨਹੀਂ ਬੋਲੇਂਗਾ ਅਤੇ ਜਦੋਂ ਤੂੰ ਮਹਾਰਾਜ ਤੋਂ ਥੋੜ੍ਹਾ ਜਿਹਾ ਅੱਖੋਂ ਓਹਲੇ ਹੋਇਆ ਫਿਰ ਤੂੰ ਕੁਫਰ ਤੋਲੇਂਗਾ ਰੱਜ ਕੇ। ਇਹਦਾ ਮਤਲਬ ਤਾਂ ਫਿਰ ਇਹੀ ਹੋ ਗਿਆ ਨਾ ਵੀ ਮੈਂ ਸਾਹਮਣੇ ਬੈਠਾ ਮੈਂ ਝੂਠ ਨਹੀਂ ਬੋਲਾਂਗਾ, ਬਾਹਰ ਜਾ ਕੇ ਜਿੰਨੇ ਮਰਜ਼ੀ ਬੁਲਾ ਲਈ ਮੇਰੇ ਤੋਂ, ਪਰ ਨਹੀਂ ਮੈਂ ਕਿਤੇ ਵੀ ਹੋਵਾਂ ਮੈਂ ਝੂਠ ਨਹੀਂ ਬੋਲਾਂਗਾ। ਕਿਉਂ? ਕਿਉਂਕਿ ਮੇਰਾ ਗੁਰੂ ਹਰ ਥਾਂ 'ਤੇ ਸਦ ਹਜ਼ੂਰ ਹਾਜ਼ਰ ਕਤ ਨਾਜ਼ਰ ਕਤਹੁ ਨ ਭਇਓ ਦੁਰਾਈ, ਉਹ ਸਦਾ ਹਾਜ਼ਰ ਨਾਜ਼ਰ ਹੈ। ਤਾਂ ਹੀ ਸ਼ਬਦ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਹੈ। ਤਾਂ ਇਹਦਾ ਭਾਵ ਇਹ ਹੈ ਸਾਹਿਬ ਕਹਿੰਦੇ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ, ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਇਸ ਗੱਲ ਨੂੰ ਸਮਝਿਆ ਕਿ ਉਹ ਸਦਾ ਅੰਗ ਸੰਗੇ ਅਪੰਗਮ ਬੇਪੂਤੇ, ਉਹ ਸਦਾ ਮੇਰੇ ਅੰਗ ਸੰਗ ਹੈ, ਸਭ ਥਾਂ 'ਤੇ ਮੈਨੂੰ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਉਹ ਸਾਰੀਆਂ ਥਾਵਾਂ 'ਤੇ ਸੁਣ ਰਿਹਾ, ਮੈਨੂੰ ਵੇਖਦਾ, ਮੈਂ ਕਿਵੇਂ ਮੁੱਕਰ ਸਕਦਾ। ਫਿਰ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ, ਕਿਸੇ ਨੇ ਕਮਾਈ ਵਾਲੇ ਨੇ ਗੁਰੂ ਕਿਰਪਾ ਦੇ ਨਾਲ ਇਸ ਅਵਸਥਾ ਨੂੰ ਜਾਣਿਆ ਅਤੇ ਉਹਨੇ ਅਰਦਾਸ ਕੀਤੀ ਕਿ ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਾ। ਅੱਗੇ ਸਾਹਿਬ ਕਿਰਪਾ ਕਰਦੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਐ ਮੇਰੇ ਮਿੱਤਰ ਸਤਿਗੁਰੂ ਮੇਰੀ ਇੱਕ ਬੇਨਤੀ ਸੁਣ। ਗੁਰੂ ਨੂੰ ਮਿੱਤਰ ਕਹਿ ਲੈਣਾ ਵੀ ਕੋਈ ਗੁਨਾਹ ਨਹੀਂ ਹੈ। ਦੇਖੋ ਗੁਰੂ ਦੇ ਨਾਲ ਪ੍ਰੇਮ ਹੋਵੇ, ਗੁਰੂ ਦਾ ਡਰ ਹੋਵੇ, ਪਰ ਆਸਾ ਕੀ ਵਾਰ 'ਚ ਸਾਹਿਬ ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਜਦੋਂ ਅਸੀਂ ਲਾਵਾਂ ਦੇ ਵਿੱਚ ਪੜ੍ਹਦੇ ਹਾਂ, ਖੈਰ ਆਸਾ ਕੀ ਵਾਰ ਅੰਦਰ ਵੀ ਸਾਹਿਬ ਨੇ ਭਉ ਦੀ ਗੱਲ ਕੀਤੀ ਹੈ, ਭਾਵ ਨਿਰਮਲ ਭਉ ਸਾਡੇ ਅੰਦਰ ਹੋਵੇ। ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇੰਜ ਨਹੀਂ ਡਰਾਉਂਦੇ ਜਿਵੇਂ ਸੰਸਾਰੀ ਤੌਰ 'ਤੇ ਕਈ ਵਾਰ ਨਾ ਕੁਛ ਘਰਾਂ ਦੇ ਵਿੱਚ, ਚਲੋ ਇਹਨੂੰ ਪਤਾ ਨਹੀਂ ਆਪ ਜੀ ਕਿਵੇਂ ਲਓਗੇ ਗੱਲ ਨੂੰ, ਕੁਛ ਘਰਾਂ ਦੇ ਵਿੱਚ ਜਿਹੜਾ ਘਰ ਦਾ ਮੁਖੀ ਆਗੂ ਸਿਆਣਾ ਹੁੰਦਾ ਉਹਦਾ ਘਰ ਵਿੱਚ ਦਾਬਾ ਇੰਨਾ ਜ਼ਿਆਦਾ ਹੁੰਦਾ ਨਾ, ਮੈਂ ਪਰਸਨਲ ਤੌਰ 'ਤੇ ਬੜੇ ਪਰਿਵਾਰਾਂ ਨੂੰ ਵੇਖਿਆ ਵੀ ਜੇ ਘਰ ਦੇ ਸਿਆਣੇ ਵੀ ਉਹਦੇ ਬੱਚੇ ਵਿਆਹੇ ਹੁੰਦੇ ਨੇ ਅਤੇ ਜੇ ਉਹਦੇ ਸਾਹਮਣੇ ਆ ਜਾਣ ਨਾ ਅਤੇ ਐ ਉਹਨਾਂ ਦਾ ਰੰਗ ਪੀਲਾ ਪੈ ਜਾਂਦਾ ਵੀ ਜੇ ਕਿਤੇ ਬਾਪੂ ਵਿਹੜੇ ਦੇ ਵਿੱਚ ਬੈਠਾ ਅਤੇ ਸਹਿਮੇ ਕਮਰੇ 'ਚੋਂ ਬਾਹਰ ਨਹੀਂ ਨਿਕਲਦੇ, ਇੱਕ ਨੂੰ ਕਹਿ ਦਿਓ ਜਾ ਮਾੜਾ ਜਿਹਾ ਬਾਹਰ ਆਇਆ, ਨਹੀਂ ਬਾਹਰ ਤਾਂ ਬਾਪੂ ਬੈਠਾ ਹੋਇਆ। ਭਾਵ ਮੈਂ ਕਹਿੰਦਾ ਵੀ ਸਿਆਣਾ ਬੰਦਾ ਘਰ ਦਾ ਮੁਖੀ, ਉਹਦਾ ਡਰ ਹੋਣਾ ਚਾਹੀਦਾ।
पर मैं इस गल नाल कदी भी सहमत नहीं हाँ भी तेरा इन्ना डर घर दे विच होवे कि तेरे बच्चे भी तेरे नाल गल करन तो डरदे पए होण, वो अपना दुख भी तेरे नाल साझा ना कर सकन, वो अपनी खुशी भी तेरे नाल साझी ना कर सकन। की करना तेरे इहो जे दाबे नूं, की करना तेरे इहो जे डर नूं? इदों तां ना ही रखदा डर, वो चंगा सी भी सारी जिंदगी तेरे बच्चे तेरे नाल गल ही ना कर सके। वो तू विहड़े दे विच बैठा तो डर दे कमरे चों बाहर नहीं आउंदे। छोटे छोटे नियाणे घर दे सहमे पए ने भी बापू विहड़े च बैठा, भावें तू कुछ कवे ना। आपां कहने ना जी घर च दाबा होना चाहिए। मैं कहना चंगी गल है, पर तेरा इस तरह का दाबा नहीं होना चाहिए भी तेरे बच्चों को कोई दुख होवे तो तेरे अगे डरदे रख ही ना सकन। वो अपना कोई सुख भी तेरे नाल, कोई दुख भी तेरे नाल साझा ना कर सकन। जीवन में कोई विपता आ जाए तो कहण जे बापू नूं पता लग गया तो पता नहीं की कर दूं। नहीं, तू प्यो बन, पर इस तरह का बन ਧੀਆਂ ਪੁੱਤਰਾਂ ਨੂੰ ਜਿਹੜਾ ਦੁੱਖ है वो खुल के तेरे नाल दोस्तां मित्रां तरह तेरे नाल शेयर करन। यही तो अज साडी कमी है कि साडे बच्चे साडे नाल गल करन दी बजाय फ्रेंड सर्कल विच करदे ने। ये अज कमी है साडे समाज दी। ते जदों आपां पुछदे तुसीं सानूं क्यों नहीं दस्सिया ते ओह कहंदे असीं डर के सीगे, क्योंकि असीं दोस्तां तरह मित्रां तरह अपने बच्चों नाल व्यवहार कीता ही नहीं। उन्हां नूं ओह माहौल बाहरों मिलिया, इस करके वो बाहर चले गए। तां गुरु साडे नाल मित्रता भाव विच गल करदा है। गुरु साहिब बाणी च बड़ी वार अकाल पुरख परमेश्वर नूं मित्र किया। इत्थे भी महाराज कहंदे सुनो बिनो प्रभ मेरे मीता। ये नहीं क्या मेरे गुरु मेरी गल सुन, मेरे मित्रा मेरी गल सुन। क्योंकि जिथे तुसी मित्र भाव विच गल कर लैनी है ना, उत्थे शायद भरातरी भाव विच भी नहीं हो सकती। छोटा भरा भी वड्डे तो डर जाएगा, पर जदों फ्रेंड सर्कल विच बच्चे बैठे होंदे ने ना, एक दूजे नाल खुल के गल कर लैंदे ने। इस तरह महाराज कहंदे दाता तू मेरा मित्र है, मैं तेरे नाल एक गल करनी चाहना ते बड़ी खुल के करनी चाहना। वो पता की है, चरण कमल वसह मेरा चीता। दाता तेरे जिहड़े कमलां वर्गे चरण ने ना, वो मेरे चित्त विच वस जाण। कदी मैं तेरे नाल यही गल शेयर करनी सी भी तेरी याद ते बड़ी आउंदी है, तैनूं चेते भी करदे आ, सिमरन भी करदे आ, बंदगी भी करदे, बाणी भी पढ़दे आ, पर तू चेते च नहीं वसदा पिया, तू अंदर नहीं उतरदा पिया। इस करके दाता ये मेरी एक प्रॉब्लम है ते मैं तेरे नाल साझी कीती है। अखीर साहब कहंदे नानक एक करै अरदास। मेरे मित्र सतगुरु एक छोटी जी प्रॉब्लम मेरी होर है, मैं तेरे चरणों च एक अरदास ये भी करदा वां, क्योंकि जे मैं लोकां नूं दसांगा तो लोकां ने मजाक उडाउणा। ये भी एक सच्चाई है। जिन्ना मर्जी साडा कोई क्लोज फ्रेंड होवे, तुसी कोई भी गल उहनूं दस लो, जिंदगी च एक डर बनिया रहेगा। ये तजर्बा है सारिਆਂ ਦਾ, जिन्ने भी बैठे होवोगे। तुसी किसी नूं भी गल दस लो, जिन्हों असीं कह दईए इहदे ते मैनूं रब वर्गा भरोसा है। मैं कल भी इस गल ते थोड़ा जिक्र कीता सी, दस्सण तो बाद साडे अंदर एक डर पैदा हो जाएगा। वो डर ये होएगा भी भावें इहदे मेरे नाल किन्नी मित्रता है, पर यह ना होवे कल नूं विगड़ जे ते जिद्दण बिगड़ी इहने उसे दिन लोकां सामने रख देना भी ये तो बंदा इस तरह दा जे। इस करके जो भी साडी जिंदगी दा कोई पढ़दा है, मैं कहना गुरु ग्रंथ साहिब महाराज नूं दसीए। वो सारियां दे पर्दे ढक के बैठा, कदी नहीं चुकेगा। 100 नहीं 1,00,000% इस गल की गारंटी है। तुसी गुरु नूं जो दस दिता वो गुरु तो बिना गां किते नहीं जाएगा। तो 100% इस गल की गारंटी तुसी संसारी बंदे नूं जिहड़ी गल दस दिती वो अगां जाएगी जाएगी। इहदा कारण है जिवें असीं किसी नूं कहने आ तू मेरा बहुत भरोसेयोग है, अगे उहदा भी एक भरोसेयोग हुंदा है। ये भी सच्चाई है समाज के उत्ते, अगे उहदा भी कोई भरोसेयोग है। यही तो भरथरी हरी नाल होया सीगा, उहदे कोल फल आया तो बंदगी करन वाले नूं फल मिलिया भी अमर फल है, तो उन्हें कहा भी मैं अपनी राणी नूं देना, क्योंकि मेरा उहदे नाल बड़ा प्रेम है, मैनूं उत्ते बड़ा भरोसा है, उहदा अमर होना जरूरी है। राणी दी अगे दोस्ती गांह पई होई सीगी, घोड़े वाला जिहड़ा घोड़े चारदा सी, घोड़ियां नूं साਂਭदा सी, उहदे नाल पई सीगी, उहने उहनूं दे दिता। हुण थोड़ा जिहा इस गल नूं जदों असीं एक कड़ी जोड़दे आ, की है राजे दा राणी नाल प्रेम है, वो कहंदा भी जिन्ना इहदा मेरे नाल है अगांह नहीं किसे नाल होएगा, पर राणी दा अगांह किसे नाल प्रेम है। हुण ओहदा जिहदे नाल प्रेम है ओहदा अगांह एक वेसवा दे नाल प्रेम बनिया, उहने वो फल जाके वेसवा नूं दे दिता है। हुण वेसवा सोचदी जे मैं लम्मा समा जिउंदी रही तो मैं तो आही कुछ करना है, क्यों ना मैं फल राजे भरथरी नूं दवां। धर्मात्मा राजा है, लम्मा समा जिएगा तो प्रजा नूं सुख देगा। वो फल राजे भरथरी को ले आई। वो फल वेख के हैरान हो गया भी ये तेरे कोल किदां। वो फिर डर दी मारी दसदी है भी मैनूं तुहाडा जिहड़ा इत्थे घोड़ियां साਂਭਣ वाला जिहड़ा है उन्हें दिता है। उहनूं सद्दिया कि कहंदा तेरे कोल किवें आ गया। वो कहंदा मैनूं तुहाडी राणी ने दिता है।
ਤੇ ਰਾਣੀ ਨੂੰ ਕਿੱਥੋਂ ਮਿਲਿਆ ਸੀ? ਰਾਣੀ ਨੂੰ ਰਾਜੇ ਨੇ ਦਿੱਤਾ ਸੀਗਾ। ਸੋ ਇਹ ਸਾਰਾ ਇੱਕ ਸਰਕਲ ਬਣ ਗਿਆ। ਕਹਿਣ ਦਾ ਭਾਵ ਜਦੋਂ ਅਸੀਂ ਕਹਿੰਦੇ ਮੈਂ ਗੱਲ ਉਹਨੂੰ ਦੱਸੀ, ਉਹ ਮੇਰਾ ਬੜਾ ਪਿਆਰਾ ਮਿੱਤਰ ਹੈ, ਤੇ ਯਾਦ ਰੱਖੀ ਅੱਗੇ ਉਹਦਾ ਵੀ ਕੋਈ ਨਾ ਕੋਈ ਪਿਆਰਾ ਹੁੰਦਾ ਹੀ, ਉਹ ਅਗਾਂਹ ਦੱਸੇਗਾ, ਤੇ ਜਿਹਨੂੰ ਉਹ ਦੱਸੇਗਾ ਅੱਗੇ ਉਹਦਾ ਵੀ ਕੋਈ ਨਾ ਕੋਈ ਪਿਆਰਾ ਹੋਏਗਾ। ਇਸ ਤਰ੍ਹਾਂ ਗੱਲ ਜੰਗਲ ਦੀ ਅੱਗ ਤਰ੍ਹਾਂ ਸਹਿਜੇ ਸਹਿਜੇ ਧੁਖਦੀ ਹੈ ਤੇ ਫਿਰ ਮੱਚ ਉੱਠਦੀ ਹੈ। ਸੋ ਖੈਰ ਵੱਖਰੀ ਗੱਲ ਹੈ। ਮਹਾਰਾਜ ਕਹਿੰਦੇ ਨੇ ਦਾਤਾ ਤੂੰ ਮੇਰਾ ਮਿੱਤਰ ਹੈ, ਮੈਨੂੰ ਪਤਾ ਹੈ ਤੂੰ ਗੱਲ ਗਾਹ ਨਹੀਂ ਲਿਜਾਣੀ ਕਿਤੇ, ਤਾਂ ਮੈਂ ਤੇਰੇ ਅੱਗੇ ਇੱਕ ਬੇਨਤੀ ਰੂਪ ਵਿੱਚ ਆਪਣਾ ਦੁੱਖ ਸਾਂਝਾ ਕਰਨ ਲੱਗਾ। ਨਾਨਕ ਏਕ ਕਰੈ ਅਰਦਾਸ, ਤੇਰੇ ਚਰਨਾਂ 'ਚ ਇੱਕ ਅਰਦਾਸ ਕਰਨ ਲੱਗਾ। ਵਿਸਰ ਨਾਹੀ ਪੂਰਨ ਗੁਣ ਤਾਸ। ਅਖੀਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਐ ਗੁਣਾਂ ਦੇ ਮਾਲਕ ਖਜ਼ਾਨੇ ਸਤਿਗੁਰੂ ਸਾਨੂੰ ਵਿਸਰ ਨਾ, ਕਿਉਂਕਿ ਅਸੀਂ ਬਾਹਰੋਂ ਭਾਵੇਂ ਲੱਗਦਾ ਵੀ ਅਸੀਂ ਤੇਰੇ ਨਾਲ ਜੁੜੇ ਹੋਏ ਹਾਂ, ਪਰ ਅੰਦਰੋਂ ਤੇ ਤੈਨੂੰ ਹੀ ਪਤਾ ਨਾ ਸਾਡੀ ਕੀ ਹਾਲਤ ਹੈ। ਇਸ ਕਰਕੇ ਦਾਤਾ ਤੂੰ ਸਾਨੂੰ ਵਿਸਰਨਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਸਾਨੂੰ ਅਵਸਥਾ ਜਿਹੜੀ ਸੋ ਬਖਸ਼ ਦੇ। ਇਹ ਮਹਾਰਾਜ ਨੇ ਅੱਜ ਕਿਰਪਾ ਕੀਤੀ। ਰਹਾਉ ਦੀਆਂ ਪੰਕਤੀਆਂ 'ਚ ਵੀ ਇਹੀ ਕਿਹਾ, ਦੇਹ ਨਾਮ ਕਰ ਆਪਣੇ ਚਿਹਰੇ, ਆਪਣਾ ਨਾਮ ਦੇ। ਤੇ ਪ੍ਰਾਰੰਭਤਾ ਤੇ ਮਹਾਰਾਜ ਨੇ ਕਿਹਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਕਿ ਨਾਮ ਮਿਲੇ, ਨਾਮ ਤੋਂ ਬਾਅਦ ਤੇਰੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜੇ। ਉਸ ਤਾਂਘ ਦੇ ਵਿੱਚ ਸਾਨੂੰ ਮੱਛੀ ਤੇ ਪਾਣੀ ਵਾਲੀ ਪ੍ਰੀਤ ਮਿਲ ਜੇ। ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿੰਦੀ, ਤੜਫ ਮਰਦੀ ਹੈ, ਇਸ ਤਰ੍ਹਾਂ ਅਸੀਂ ਤੇਰੇ ਦਰਸ਼ਨਾਂ ਤੋਂ ਬਿਨਾਂ ਫਿਰ ਤੜਫ ਮਰੀਏ। ਇਹ ਮਹਾਰਾਜ ਨੇ ਤਰਸ ਕਰਕੇ ਇਹਨਾਂ ਪਾਵਨ ਸਥਾਨਾਂ ਤੋਂ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ ਕੇ ਨਿਵਾਜਿਆ ਹੈ। ਭੁੱਲਾਂ ਦੀ ਖਿਮਾ ਸਮਾ ਸੰਪੰਨ ਹੈ। ਮਹਾਰਾਜ ਸਭਨਾਂ ਦੀਆਂ ਹਾਜ਼ਰੀਆਂ ਘਰ ਦਰ ਪ੍ਰਵਾਨ ਕਰਕੇ ਆਪਣੀਆਂ ਬਖਸ਼ਿਸ਼ਾਂ ਮਿਹਰਾਂ ਰਹਿਮਤਾਂ ਦੇ ਸਿਰ ਤੇ ਰੱਖ ਕੇ ਸਭਨਾਂ ਨੂੰ ਗੁਰਸਿੱਖੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ, ਰਹਿਮਤਾਂ ਦੇ ਨਾਲ ਨਿਵਾਜਨ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ।